ਜੀ ਕੀ ਫਤਿਹ। ਮੈਂ ਰਵਿੰਦਰ ਕੌਰ ਲਾਲ ਆਪ ਸਾਰਿਆਂ ਨੂੰ ਅੱਜ ਦੇ ਲੇਡੀਜ਼ ਲਾਈਵ ਟਾਕ ਸ਼ੋ ਦੇ ਉੱਪਰ ਜੀ ਆਇਆ ਕਹਿੰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਮੌਸਮ ਕਾਫੀ ਠੰਡਾ ਹੋ ਗਿਆ ਹੈ, ਸਾਰਿਆਂ ਨੇ ਆਪਣਾ ਆਪਣਾ ਖਿਆਲ ਰੱਖਣਾ ਹੈ। ਸਭ ਤੋਂ ਪਹਿਲਾਂ ਇਹੀ ਗੁਜ਼ਾਰਿਸ਼ ਕਿਉਂਕਿ ਅੱਜ ਸਵੇਰੇ ਜਦੋਂ ਮੈਂ ਗੱਡੀ ਕੱਢੀ ਤੇ ਥੋੜ੍ਹੀ ਜਿਹੀ ਠੰਡ ਜਿਹੜੀ ਸੀਗੀ ਜ਼ਿਆਦਾ ਲੱਗੀ ਮੈਨੂੰ, ਔਰ ਇਸ ਦੇ ਨਾਲ ਨਾਲ ਜਿਹੜੀ ਸੜਕਾਂ ਦੇ ਉੱਪਰ ਬਰਫ਼ ਹੈ ਉਹ ਵੀ ਥੋੜ੍ਹੀ ਥੋੜ੍ਹੀ ਜੰਮੀ ਹੋਈ ਸੀਗੀ। ਸੋ ਕੇਅਰਫੁਲ ਹੋ ਕੇ ਸਾਰਿਆਂ ਨੇ ਆਪਣੀ ਡਰਾਈਵਿੰਗ ਕਰਨੀ ਹੈ ਤੇ ਆਪਣਾ ਆਪਣਾ ਸਾਰਿਆਂ ਨੇ ਖਿਆਲ ਰੱਖਣਾ ਹੈ। ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਇੱਕ ਚੁੱਪ ਸੌ ਸੁੱਖ। ਬਹੁਤ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਆਏ, ਉਹਨਾਂ ਨੇ ਆਪਣੇ ਆਪਣੇ ਵਿਚਾਰ, ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦਾ ਹਿੱਸਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ। ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਟੌਪਿਕ ਇੰਨਾ ਵਧੀਆ ਸੀਗਾ ਕਿ ਤੁਸੀਂ ਸਾਰਿਆਂ ਨੇ ਬਹੁਤ ਸਾਰੇ ਫੋਨ ਕਾਲਸ ਕੀਤੇ। ਔਰ ਉਸ ਤੋਂ ਬਾਅਦ ਜਿਵੇਂ ਕਿ ਸਾਡਾ ਟਾਈਮ ਫਿਨਿਸ਼ ਹੋ ਗਿਆ, ਅਸੀਂ ਹੋਰ ਫੋਨ ਕਾਲਸ ਨਹੀਂ ਲੈ ਸਕੇ। ਇਸ ਕਰਕੇ ਉਹਨਾਂ ਸਾਰੇ ਪਰਿਵਾਰ ਦੇ ਮੈਂਬਰਾਂ ਲਈ ਇੱਕ ਵਾਰ ਫਿਰ ਤੋਂ ਉਹੀ ਟੌਪਿਕ ਇੱਕ ਚੁੱਪ ਸੌ ਸੁੱਖ। ਮੇਰਾ ਸਾਥ ਦੇਣ ਵਾਸਤੇ ਆਏ ਨੇ ਭੈਣ ਜੀ ਅਮਰਜੀਤ ਕੌਰ ਰਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਵੇਂ ਭੈਣ ਜੀ, ਠੀਕ ਠਾਕ ਤੁਸੀਂ? ਜੀ ਚੜ੍ਹਦੀ ਕਲਾ। 2 ਹਫ਼ਤੇ ਤੁਹਾਡੀ ਐਬਸੈਂਟ ਲੱਗੀ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ। ਹੁਣ ਤੁਸੀਂ ਇੱਕ ਵਾਰੀ ਦੁਬਾਰਾ ਫਤਿਹ ਬੁਲਾ ਕੇ ਆਪਣੀ ਜਿਹੜੀ ਪਿਛਲੀ ਹਾਜ਼ਰੀ ਆ ਪ੍ਰਵਾਨ ਕਰਵਾ ਲਓ। ਜ਼ਰੂਰ ਕਰਾ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂਕਿ ਮੇਰੇ ਕੋ ਆ ਨਹੀਂ ਸੀ ਹੋਇਆ, ਕਿਉਂਕਿ ਆਪਣੀ ਲੜਕੀ ਦੇ ਗਏ ਸੀ। ਹਾਂਜੀ ਬਿਲਕੁਲ, ਤੁਸੀਂ ਘੁੰਮਣ ਗਏ ਹੋਏ ਸੀਗੇ, ਆਪਣੀ ਬੇਟੀ ਕੋਲ ਮਿਲਣ ਗਏ ਸੀ। ਹਾਂਜੀ ਹਾਂਜੀ। ਤੇ ਮਾਫੀ ਚਾਹੁੰਦੇ ਹਾਂ ਸਾਡੇ ਭੈਣ ਜੀ ਗੁਰਵਿੰਦਰ ਕੌਰ ਹੋਣਾ ਵੱਲੋਂ। ਉਹਨਾਂ ਨੂੰ ਅੱਜ ਇੱਕ ਜ਼ਰੂਰੀ ਕੰਮ ਸੀ, ਇਸ ਕਰਕੇ ਉਹ ਆਪ ਜੀ ਦੇ ਲਈ ਅੱਜ ਇਹ ਪ੍ਰੋਗਰਾਮ ਕਰਨ ਵਾਸਤੇ ਨਹੀਂ ਆ ਸਕੇ। ਸੋ ਉਹਨਾਂ ਨੇ ਆਪ ਸਾਰਿਆਂ ਨੂੰ ਆਪਣੇ ਵੱਲੋਂ ਪਿਆਰ ਭਰੀ ਫਤਿਹ ਭੇਜੀ ਹੈ। ਸੋ ਪ੍ਰਵਾਨ ਕਰਨੀ ਜੀ। ਤੇ ਉਮੀਦ ਕਰਦੇ ਹਾਂ ਕਿ ਅਗਲੇ ਹਫ਼ਤੇ ਉਹ ਸਾਡੇ ਨਾਲ ਵਾਪਸ ਫਿਰ ਇਸੇ ਹੀ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ। ਔਰ ਅੱਜ ਦਾ ਜਿਵੇਂ ਕਿ ਮੈਂ ਟੌਪਿਕ ਆਪ ਸਾਰਿਆਂ ਨੂੰ ਦੱਸ ਹੀ ਦਿੱਤਾ ਹੈ, ਇੱਕ ਚੁੱਪ ਸੌ ਸੁੱਖ। ਇਸ ਦੇ ਅਸੀਂ ਨੈਗੇਟਿਵ ਤੇ ਪੋਜ਼ੀਟਿਵ ਜਿਹੜੇ ਹੈ ਉਹ ਦੋਨੋਂ ਹੀ ਪਿਛਲੇ ਹਫ਼ਤੇ ਡਿਸਕਸ ਕਰਨੇ ਸ਼ੁਰੂ ਕੀਤੇ ਸੀਗੇ, ਅੱਜ ਵੀ ਉਹੀ ਕਰਾਂਗੇ। ਔਰ ਜੇ ਤੁਸੀਂ ਇਸ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤੇ ਸਾਡਾ ਟੈਲੀਫੋਨ ਨੰਬਰ ਹੈ 0121380150 0121 380 1050। ਆਓ ਆ ਕੇ ਆਪਣੇ ਵਿਚਾਰ ਜਿਹੜੇ ਨੇ ਮੇਰੇ ਨਾਲ ਭੈਣ ਜੀ ਅਮਰਜੀਤ ਕੌਰ ਰਾਣਾ ਨਾਲ ਜ਼ਰੂਰ ਸਾਂਝੇ ਕਰੋ। ਇਸ ਦੇ ਨਾਲ ਨਾਲ ਮੈਂ ਆਪਣੀ ਈਮੇਲ ਆਈਡੀ ਦੱਸਦੀ ਜਾਵਾਂ, ਜੇ ਤੁਸੀਂ ਕੋਈ ਵੀ ਸੁਨੇਹਾ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ। ਸਾਡੀ ਈਮੇਲ ਆਈਡੀ ਹੈ ravinder.kaur@sikhchannel.tv। ਔਰ ਮੇਰੇ ਭੈਣ ਜੀ ਜਤਿੰਦਰ ਕੌਰ ਜੀ ਉਹਨਾਂ ਨੇ ਮੈਨੂੰ ਈਮੇਲ ਭੇਜੀ ਸੀ, ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ। ਆਪ ਜੀ ਦਾ ਸੁਨੇਹਾ ਜਿਹੜਾ ਹੈ ਮੈਨੇਜਮੈਂਟ ਤੱਕ ਪਹੁੰਚਾ ਦਿੱਤਾ ਗਿਆ ਹੈ। ਹੋਪਫੁਲੀ ਬਹੁਤ ਜਲਦੀ ਹੀ 5 ਨਵੰਬਰ ਵਾਲਾ ਜਿਹੜਾ ਪ੍ਰੋਗਰਾਮ ਹੈ ਇੰਟਰਨੈਟ ਦੇ ਉੱਪਰ ਪਾ ਦਿੱਤਾ ਜਾਵੇਗਾ ਆਪ ਸਾਰਿਆਂ ਦੇ ਲਈ। ਸੋ ਭੈਣ ਜੀ ਅੱਜ ਗੱਲ ਕਰ ਰਹੇ ਹਾਂ ਅਸੀਂ ਇੱਕ ਚੁੱਪ ਸੌ ਸੁੱਖ। ਹਾਂਜੀ, ਸਹੀ ਹੈ ਗਲਤ ਹੈ ਕੀ ਹੈ? ਨਹੀਂ ਸਹੀ ਆ, ਉਦਾਂ ਸਹੀ ਆ। ਅੱਛਾ, ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਜੇ ਮਤਲਬ ਕੋਈ ਵੀ ਗੱਲ ਹੋਵੇ ਜਿਹੜੀ ਚੁੱਪ ਆ ਉਹ ਸਾਰਿਆਂ ਨੂੰ ਚੰਗੀ ਹੁੰਦੀ ਆ ਜੀ। ਤੇ ਪਰ ਚੁੱਪ ਦਾ ਵੀ ਮਤਲਬ ਜਿਹੜਾ ਮਤਲਬ ਟਾਈਮ ਹੁੰਦਾ ਆ, ਕਿੰਨਾ ਕੁ ਚਿਰ ਆਪਾਂ ਚੁੱਪ ਰਹਿਣਾ ਆ। ਬਿਲਕੁਲ। ਤੇ ਇਹ ਵੀ ਨਾ ਹੋਵੇ ਵੀ ਅਗਲਾ ਸਾਨੂੰ ਕੁੱਟ ਜਵੇ ਤਾਂ ਅਸੀਂ ਮੂਹਰੇ ਚੁੱਪੇ ਕੀਤੇ ਰਹੀਏ। ਸਾਡੇ ਭੈਣ ਜੀ ਪਿਛਲੇ ਹਫ਼ਤੇ ਆਏ ਸੀਗੇ ਸੁਰਿੰਦਰ ਕੌਰ ਜੀ ਕੈਂਟ ਤੋਂ, ਔਰ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਸੀ। ਉਹ ਕਹਿੰਦੇ ਸੀਗੇ ਕਿ ਠੀਕ ਹੈ ਚੁੱਪ ਰਹਿਣਾ ਚਾਹੀਦਾ, ਜਦੋਂ ਅਸੀਂ ਨਹੀਂ ਬੋਲਦੇ ਹਾਂਜੀ ਫਿਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਬੰਦਾ ਚੋਰ ਆ, ਇਹ ਬੰਦਾ ਕਾਲਾ ਆ, ਇਹ ਗਲਤ ਆ, ਨਹੀਂ ਬੋਲਦਾ, ਮੈਨੂੰ ਜਵਾਬ ਨਹੀਂ ਦਿੰਦਾ, ਇਹ ਵੀ ਹੁੰਦਾ ਆ। ਤੇ ਜਿਹੜੀ ਆਪਣੇ ਸਿਆਣਿਆਂ ਨੇ ਕਿਹਾ ਸੀ ਪਿਛਲੇ ਟਾਈਮਾਂ ਦੇ ਵਿੱਚ, ਜਿਹੜੇ ਆਪਣੇ ਭੈਣ ਭਾਈ ਸੀ ਜਾਂ ਕੁਛ ਵੀ ਸੀ ਉਹ ਸਿਆਣੇ ਸੀ, ਕਿਉਂ ਉਹ ਤਾਂ ਕਹਿੰਦੇ ਹੁੰਦੇ ਸੀ ਵੀ ਇੱਕ ਚੁੱਪ ਸੌ ਸੁੱਖ। ਇਹਦਾ ਮਤਲਬ ਇਹ ਹੁੰਦਾ ਸੀਗਾ ਉਸ ਟਾਈਮ ਦੇ ਬੰਦਿਆਂ ਦਾ ਵੀ ਫਰਕ ਹੁੰਦਾ ਸੀ ਜੀ ਜੀ ਜੀ, ਕਿਉਂਕਿ ਉਹ ਪਿਆਰ ਵੀ ਜ਼ਿਆਦਾ ਹੁੰਦੇ ਸੀ ਤੇ ਜੇ ਕੋਈ ਗੱਲ ਕਹਿੰਦਾ ਹੁੰਦਾ ਸੀ ਉਹ ਸਹਿ ਵੀ ਲੈਂਦੇ ਸੀ। ਜੇ ਇੱਕ ਨੇ ਬੋਲਣਾ ਦੂਜੇ ਨੇ ਚੁੱਪ ਕਰ ਜਾਣਾ। ਤੇ ਜੇ ਬਲਦੀ ਅੱਗ ਦੇ ਨਾਲ ਕਹਿੰਦੇ ਹੁੰਦੇ ਪਾਣੀ ਨਾ ਪਾਵੋ ਤਾਂ ਠੰਡੀ ਨਹੀਂ ਹੁੰਦੀ ਹੈਗੀ। ਜੇ ਅਸੀਂ ਮੂਹਰੇ ਅਗਲਾ ਗਰਮ ਆ, ਜੇ ਅਸੀਂ ਗਰਮ ਹੋਈਏ ਤਾਂ ਫਿਰ ਮਤਲਬ ਉਹ ਗੱਲ ਨਹੀਂ ਬਣਦੀ ਹੈਗੀ। ਜੇ ਇੱਕ ਬੋਲਦਾ ਆ ਦੂਜਾ ਚੁੱਪ ਕਰ ਜਾਵੇ ਤਾਂ ਉਹ ਟਾਈਮ ਨਿਕਲ ਜਾਂਦਾ ਆ। ਤੇ ਉਹਨਾਂ ਨੇ ਤਾਂ ਕਿਹਾ ਸੀ। ਤੇ ਅੱਜ ਕੱਲ ਦੇ ਜਿਹੜਾ ਤੁਹਾਨੂੰ ਪਤਾ ਹੀ ਹੈ ਜ਼ਮਾਨਾ ਕਿੱਦਾਂ ਚੱਲ ਰਿਹਾ ਆ, ਜੇ ਹੁਣ ਬੰਦਾ ਚੁੱਪ ਕਰਦਾ ਉਹਨੂੰ ਚੁੱਪ ਕੀਤੇ ਨੂੰ ਵੀ ਨਹੀਂ ਬੈਠਣ ਦੇਣਾ, ਫੇਰ ਵੀ ਮਤਲਬ ਬੁਲਾ ਕੇ ਹੀ ਸਾਹ ਲੈਣਾ ਆ। ਤੇ ਆਪਣੇ ਆਪ ਨਹੀਂ ਗਲਤ ਆਪਾਂ ਨੂੰ ਕਹਿਣਾ ਚਾਹੀਦਾ ਕਿ ਜੇ ਕੋਈ ਮੋਹਰੇ ਅਗਲਾ ਡੰਡਾ ਹੀ ਚੱਕਦਾ ਆ ਫੇਰ ਗੱਲ ਦਾ ਜਵਾਬ ਵੀ ਦੇਣਾ ਪੈਂਦਾ ਆ। ਬਿਲਕੁਲ ਦੇਣਾ ਪੈਂਦਾ ਜੀ। ਬਹੁਤ ਵਧੀਆ। ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਚੁੱਪ ਸੌ ਸੁੱਖ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਹਾਂ ਚੁੱਪ ਰਹਿਣ ਦੇ ਵਿੱਚ ਵੀ ਜਿਹੜੀ ਹੈ ਬਹੁਤ ਵੱਡੀ ਸਮਝਦਾਰੀ ਹੁੰਦੀ ਹੈ, ਚੁੱਪ ਰਹਿਣਾ ਚੰਗਾ ਹੁੰਦਾ ਹੈ, ਪਰ ਉਹਦਾ ਕੋਈ ਲਿਮਿਟੇਸ਼ਨਸ ਹੁੰਦੀਆਂ ਨੇ, ਉਹਦਾ ਕੋਈ ਦਾਇਰਾ ਹੁੰਦਾ ਹੈ। ਕਿੰਨਾ ਚੁੱਪ ਰਹਿਣਾ ਚਾਹੀਦਾ ਹੈ ਜੀ, ਕਿੰਨਾ ਬੋਲਣਾ ਚਾਹੀਦਾ ਹੈ, ਕਦੋਂ ਬੋਲਣਾ ਚਾਹੀਦਾ ਹੈ, ਬਹੁਤ ਗੱਲਾਂ ਨੇ ਜਿਹੜੀਆਂ ਸੋਚਣ ਵਾਲੀਆਂ ਨੇ। ਔਰ ਤੁਸੀਂ ਜ਼ਰੂਰ ਹਿੱਸਾ ਪਾਓ ਆਪਣੇ ਵਿਚਾਰਾਂ ਦਾ ਸਾਡੇ ਨਾਲ। ਤੇ ਟੈਲੀਫੋਨ ਨੰਬਰ ਜ਼ਰੂਰ ਸਕਰੀਨ ਦੇ ਉੱਪਰ ਆ ਰਿਹਾ, ਮੈਂ ਇੱਕ ਵਾਰ ਫਿਰ ਦੱਸਦੀ ਜਾਵਾਂ
0121381050 0121380150 ਤੇ ਫਾਇਦਾ ਤਾਂ ਹੈਗਾ ਕਿ ਅਸੀਂ ਚੁੱਪ ਰਹਿੰਦੇ ਆ, ਠੀਕ ਹੈ ਕੋਈ ਗੱਲ ਨਹੀਂ, ਜ਼ਰੂਰਤ ਨਹੀਂ ਆ ਬੋਲਣ ਦੀ, ਜੋ ਕਹਿੰਦਾ ਕੋਈ ਕਹੀ ਜਾਵੇ। ਔਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜੇ ਹੁਣ ਅਗਲਾ ਚੁੱਪ ਰਹਿ ਆਪਾਂ ਚੁੱਪ ਕੀਤੇ ਆ, ਜੇ ਹੁਣ ਅਗਲਾ ਆਪਣੇ ਦਾਇਰੇ ਦੇ ਉੱਤੇ ਜਾ ਕੇ ਵੀ ਉੱਤੇ ਹੋ ਜਵੇ ਫੇਰ ਜਵਾਬ ਦੇਣਾ ਹੀ ਪੈਂਦਾ, ਕਿਉਂਕਿ ਬਾਲਾ ਵੀ ਚੁੱਪ ਕੀਤੀ ਉਹ ਇਹ ਵੀ ਬੰਦੇ ਨੂੰ ਮਾਰ ਜਾਂਦੀ ਆ, ਇਹ ਵੀ ਹੈਗਾ ਆ। ਹਾਂ ਜਿੱਥੇ ਕੋਈ ਗੱਲ ਚੁੱਪ ਰਹਿਣਾ ਚਾਹੀਦਾ ਉੱਥੇ ਕਿਤੇ ਤੁਸੀਂ ਚੁੱਪ ਰਹੋ, ਪਰ ਜੇ ਕੋਈ ਜ਼ਿਆਦਾ ਹੱਦ ਤੋਂ ਟੱਪਿਆ ਫਿਰ ਉਹਦਾ ਜਵਾਬ ਦੇਣਾ ਪੈਂਦਾ ਆ। ਬਿਲਕੁਲ ਇਹ ਵੀ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਸੁਣਦੇ ਰਹੋ ਔਰ ਕੁਝ ਜਵਾਬ ਨਾ ਦੇਵੋ। ਜਿਵੇਂ ਕਿ ਮੇਰੇ ਭੈਣ ਜੀ ਪਿਛਲੇ ਹਫਤੇ ਆਏ ਸੀਗੇ ਸੁਰਿੰਦਰ ਕੌਰ ਜੀ, ਉਹਨਾਂ ਨੇ ਬਹੁਤ ਹੀ ਸੋਹਣੀ ਗੱਲ ਕਹੀ ਸੀ, ਕਹਿੰਦੇ ਸੀਗੇ ਕਿ ਚੁੱਪ ਰਹਿਣਾ ਤੇ ਚਾਹੀਦਾ ਹੈ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਜਦੋਂ ਤੁਸੀਂ ਜਵਾਬ ਨਹੀਂ ਦਿੰਦੇ ਤੇ ਅਗਲਾ ਤੁਹਾਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ ਕਿ ਇਹ ਤਾਂ ਹੁਣ ਮੇਰੇ ਪੈਰਾਂ ਦੇ ਥੱਲੇ ਹੈ, ਇਹਨੂੰ ਤਾਂ ਮੈਂ ਹੁਣ ਜੋ ਮਰਜ਼ੀ ਕਹਿ ਲਵਾਂ, ਜਿਵੇਂ ਮਰਜ਼ੀ ਕਹਿ ਲਵਾਂ, ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹਨੇ ਮੈਨੂੰ ਜਵਾਬ ਨਹੀਂ ਦੇਣਾ। ਸੋ ਜ਼ਰੂਰਤ ਵੀ ਹੁੰਦੀ ਹੈ ਬੋਲਣ ਦੀ। ਇਹ ਹੈ ਸਹੀ ਹੈ ਕਹਾਵਤ ਕਿ ਇੱਕ ਚੁੱਪ ਸੌ ਸੁੱਖ, ਪਰ ਜੇ ਅਸੀਂ ਗੱਲ ਕਰੀਏ ਘਰਾਂ ਦੇ ਵਿੱਚ ਜਾਂ ਕੰਮਾਂ ਕਾਰਾਂ ਦੇ ਉੱਪਰ, ਦੋਹਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਥੋੜ੍ਹਾ ਜਿਹਾ ਵੱਖਰਾ ਹੈ। ਤੇ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਭੈਣ ਜੀ ਕੰਮ ਦੇ ਉੱਪਰ, ਕੰਮ ਦੇ ਉੱਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਗੱਲ ਕਰ ਲਈ ਜਾਂ ਨਹੀਂ ਕੀਤੀ, ਸੁਣ ਲਈ, ਅਸੀਂ ਜਵਾਬ ਨਹੀਂ ਦਿੱਤਾ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਬੌਸ ਵੀ ਜਿਹੜੇ ਨੇ ਉਹ ਆ ਕੇ ਚਾਰ ਗਾਲਾਂ ਕੱਢ ਕੇ ਚਲੇ ਜਾਂਦੇ, ਉਹ ਵੀ ਚਲ ਜਾਂਦੇ ਆ, ਸਹੀ ਗੱਲ ਹੈ ਨਾ। ਤੇ ਆਪਾਂ ਨੂੰ ਸੁਣਨੀਆਂ ਵੀ ਪੈਂਦੀਆਂ ਨੇ, ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜੇ ਉਹ ਕੁਝ ਕਹਿ ਕੇ ਚਲਾ ਜਾਵੇ ਤੇ ਆਪਾਂ ਨੂੰ ਚੁੱਪ ਰਹੀਏ ਤਾਂ ਮਾੜੀ ਹੈ, ਜੇ ਨਾ ਚੁੱਪ ਰਹੀਏ ਤਾਂ ਵੀ ਮਾੜੀ, ਕਿਉਂਕਿ ਆਪਾਂ ਨੂੰ ਕਈ ਵਾਰ ਕੰਮ ਤੋਂ ਬਾਹਰ ਨਿਕਲਣਾ ਪੈਂਦਾ। ਸਾਡੇ ਕੋਲ ਪਹਿਲੇ ਕਾਲਰ ਆ ਕੇ ਨੇ, ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪ ਜੀ ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਭੈਣ ਜੀ ਨੌਰਥੰਪਟਨ ਤੋਂ ਬੋਲ ਰਿਹਾ, ਮੱਖਣ ਸਿੰਘ ਮੌਜੀ ਮੇਰਾ ਨਾਂ ਆ। ਭਾਈ ਸਾਹਿਬ ਜੀ ਇੱਕ ਗੁਜ਼ਾਰਿਸ਼ ਹੈ ਆਪ ਜੀ ਦੇ ਅੱਗੇ, ਤੁਸੀਂ ਜਿਹੜੀ ਟੈਲੀਵਿਜ਼ਨ ਦੀ ਆਵਾਜ਼ ਹੈ ਉਹਨੂੰ ਬੰਦ ਕਰ ਦਿਓ। ਟੈਲੀਵਿਜ਼ਨ ਵਾਲੇ ਮੈਂ ਰੂਮ ਦੇ ਵਿੱਚੋਂ ਬਾਹਰ ਨਿਕਲ ਗਿਆ। ਚਲੋ ਠੀਕ ਹੈ ਭਾਜੀ। ਹਾਂਜੀ ਹੋਰ ਤੁਸੀਂ? ਮੇਰੇ ਬੇਟੇ ਨੇ ਖੋਲਤੀ ਸੀ ਡੋਰ, ਇਸ ਕਰਕੇ ਮੈਂ ਬੰਦ ਕਰਕੇ ਬਾਹਰ ਹੀ ਆ ਗਿਆ। ਆਲਰਾਈਟ ਭਾਜੀ, ਤੁਸੀਂ ਕਿੱਦਾਂ ਠੀਕ ਹੋ? ਜਦੋਂ ਟੈਲੀ ਲੱਗਿਆ ਹੁੰਦਾ ਤਾਂ ਪੂਰੀ ਕਲੀਅਰ ਆਵਾਜ਼ ਨਹੀਂ ਆਉਂਦੀ ਹੈ। ਬਿਲਕੁਲ ਜੀ, ਆਪਣੀ ਵਾਰ-ਵਾਰ ਸੁਣੀ ਜਾਂਦੀ ਹੈ। ਹਾਂਜੀ। ਤਾਂ ਬਾਕੀ ਤੁਹਾਡਾ ਟੌਪਿਕ ਬੜਾ ਪਿਆਰਾ, ਲਾਸਟ ਵੀਕ ਤਾਂ ਨਹੀਂ ਸੁਣ ਸਕੇ ਜੀ। ਭੈਣ ਜੀ ਅਮਰਜੀਤ ਕੌਰ ਹੋਰਾਂ ਨੂੰ ਤਾਂ ਤੁਹਾਨੂੰ ਬਹੁਤ ਗੁਰੂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਕੀ ਆ ਤੁਹਾਡਾ ਟੌਪਿਕ ਸੁਣਿਆ, ਬੜਾ ਪਿਆਰਾ ਲੱਗਿਆ। ਥੈਂਕ ਯੂ ਭਾਜੀ। ਪਰ ਸਿਆਣਿਆਂ ਸੱਜਣਾ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਅੱਤ ਨਾ ਬਹੁਤਾ ਬੋਲਣਾ, ਅੱਤ ਨਾ ਚੰਗੀ ਚੁੱਪ, ਅੱਤ ਨਾ ਬਹੁਤਾ ਮੇਘਲਾ, ਅੱਤ ਨਾ ਚੰਗੀ ਧੁੱਪ ਜੀ। ਬਹੁਤੀ ਬਾਰਿਸ਼ ਵੀ ਚੰਗੀ ਨਹੀਂ, ਚੰਗੀ ਨਹੀਂ ਤੇ ਬਹੁਤੀ ਧੁੱਪ ਵੀ ਚੰਗੀ ਨਹੀਂ। ਬਿਲਕੁਲ, ਬਹੁਤਾ ਬੋਲਣਾ ਵੀ ਚੰਗਾ ਨਹੀਂ ਤੇ ਬਹੁਤੀ ਚੁੱਪ ਵੀ ਚੰਗੀ ਨਹੀਂ। ਚੁੱਪ ਕਈ ਵਾਰ ਵੱਡਿਆਂ ਦੇ ਸਤਿਕਾਰ ਦੇ ਵਿੱਚ ਵੀ ਕਰਨਾ ਪੈਂਦਾ। ਵੱਡਾ ਕੋਈ ਕਹਿਣਾ ਕਹਿਣਾ ਚੁੱਪ ਕਰ ਜਾਓ, ਇਹ ਸਿਆਣਾ ਕੋਈ ਮੱਤ ਦੀ ਗੱਲ ਦਿੰਦਾ ਜੀ। ਕਈ ਵਾਰ ਬੰਦਾ ਏਦਾਂ ਅੰਡਰਸਟੈਂਡ ਕਰ ਲੈਂਦਾ, ਬਾਹਲੀ ਚੁੱਪੇ ਧਾਰ ਲਓ, ਅਗਲੇ ਦੇ ਅੰਦਰ ਦੀ ਜੇਲ੍ਹ ਚ ਵੱਜ ਜਾਂਦੀ ਹੈ ਸਮਥਿੰਗ ਰੌਂਗ ਆ ਇਹ, ਤੇ ਜਿਹੜਾ ਬੋਲਦਾ ਨਹੀਂ ਜਾਂ ਇਹਨੇ ਚੁੱਪੇ ਧਾਰ ਲਈ, ਸਾਰ ਬਣਾਏ ਧਾਰ ਲਿਆ, ਮਤਲਬ ਇਹ ਸਮਥਿੰਗ ਗਿਲਟੀ ਆ। ਬਿਲਕੁਲ। ਇਸ ਕਰਕੇ ਉਸ ਚੁੱਪ ਨੂੰ ਉੱਥੇ ਤੇ ਨਾ ਤੁਸੀਂ ਜਿੱਥੇ ਤੇ ਮਤਲਬ ਬਰਦਾਸ਼ਤ ਕਰ ਸਕਦੇ ਜਾਇਜ਼, ਪਰ ਇੰਨੀ ਚੁੱਪ ਵੀ ਚੰਗੀ ਨਹੀਂ ਜਿਹੜੀ ਤੁਸੀਂ ਸਹਿੰਦੇ ਜਾਓ ਤਾਂ ਅਗਲਾ ਤਸ਼ੱਦਦ ਕਰਦਾ ਜਾਏ। ਬਿਲਕੁਲ ਭੈਣ ਜੀ ਅਮਰਜੀਤ ਹੋਰੀ ਬੋਲਿਆ ਦੀ ਅਗਲਾ ਕੁੱਟ ਕੇ ਚੱਲ ਜਾਵੇ, ਹੈ ਕਿ ਨਹੀਂ ਗੱਲ? ਉਹਨਾਂ ਦੀ ਵੀ ਲੱਖ ਨਾਲ ਦੀ ਆ। ਤੋ ਚੁੱਪ ਦਾ ਕੋਈ ਸਮਾਂ ਹੁੰਦਾ। ਹਾਂਜੀ, ਤੋ ਬਸ ਇਹੀ ਵਿਚਾਰ ਸੀ ਦੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਮੱਖਣ ਸਿੰਘ ਜੀ ਨਾਰਥੈਂਪਟਨ ਤੋਂ। ਆਪ ਜੀ ਦਾ ਬਹੁਤ ਧੰਨਵਾਦ ਔਰ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਅਸੀਂ ਆਪ ਜੀ ਦੇ ਧੰਨਵਾਦੀ ਹਾਂ। ਸਾਡੇ ਕੋਲ ਅਗਲੇ ਕਾਲਰ ਆ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਰਵਿੰਦਰ ਜੀ ਤੇ ਬੀਬੀ ਅਮਰਜੀਤ ਜੀ, ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਈ ਸਾਹਿਬ ਜੀ ਕਿੱਦਾਂ, ਠੀਕ ਹੋ ਤੁਸੀਂ? ਚੜ੍ਹਦੀ ਕਲਾ, ਦੁਆਵਾਂ ਨੇ ਤੁਹਾਡੀਆਂ ਬੀਬੀ ਜੀ। ਮੈਂ ਤੇ ਅਕਸਰ ਕਹਿਣਾ ਹੁੰਨਾ ਜੀ ਵੀ ਜਿੱਥੇ ਉਹ ਪ੍ਰਮਾਤਮਾ ਰੱਖਦਾ ਉਹ ਠੀਕ ਹੀ ਹੁੰਦਾ।
ਜੀ ਜੀ ਤੇ ਮੈਂ ਹਮੇਸ਼ਾ ਇਦਾਂ ਕਹਿਣ ਦੇ ਨਾਲ ਤੇ ਬੜਾ ਬੰਦਾ ਹਲਕਾ ਫੁਲਕਾ ਜਿਹਾ ਮਹਿਸੂਸ ਕਰਦਾ ਵੀ ਗੁਰੂ ਦੀ ਗੱਲ ਮੰਨ ਲਈਏ। ਬਿਲਕੁਲ, ਹਾਂਜੀ ਹੈ ਨਾ। ਮੈਂ ਤੇ ਅਕਸਰ ਕਹਿੰਦਾ ਨਾ ਵੀ ਅੱਗੇ ਲਿਖਿਆ ਹੋਇਆ ਅਗੇਤਰ ਹੁੰਦਾ, ਪਿੱਛੇ ਲਿਖਿਆ ਹੋਇਆ ਪਛੇਤਰ ਹੁੰਦਾ। ਓਏ ਮਨ ਕਰਕੇ ਭੋਗਲ ਮੰਨ ਲਈਏ, ਜਿੱਥੇ ਰੱਬ ਰੱਖੇ ਉਹ ਬਿਹਤਰ ਹੁੰਦਾ। ਬਿਲਕੁਲ, ਬਹੁਤ ਵਧੀਆ ਹੁੰਦਾ। ਆਹ ਗੱਲ ਤੇਰਾ ਕੀਆ ਮਿੱਠਾ ਲਾਗੇ, ਇੱਕ ਗੱਲ ਪੱਲੇ ਬੰਨ ਲਈਏ ਨਾ, ਬੰਦਾ ਬੜਾ ਹਲਕਾ ਮਹਿਸੂਸ ਕਰਦਾ ਫਿਰ। ਸਹੀ ਗੱਲ ਹੈ ਭਾਜੀ। ਤੇ ਤੁਹਾਡਾ ਜਿਹੜਾ ਸਬਜੈਕਟ ਦੀ ਗੱਲ ਆ, ਪਿਛਲੇ ਵੀਕੇ ਵੀ ਮੈਂ ਆਪਣੇ ਦਿੱਤੇ ਸੀ ਵਿਚਾਰ, ਤੇ ਉਹ ਹੁਣ ਮੈਂ ਦੁਹਰਾਉਣੇ ਨਹੀਂ ਚਾਹੁੰਦਾ। ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੁਣ ਅੱਜ ਉਨੇ ਕੁ ਸਮੇਂ ਦੇ ਵਿੱਚ ਭਈ ਇਹ ਜਿਹੜਾ ਚੁੱਪ ਰਹਿਣਾ ਜਾਂ ਚੁੱਪ ਨਾ ਰਹਿਣਾ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨਾ, ਅੱਤ ਜਿਹੜੀ ਹੈ ਨਾ, ਅੱਤ ਦੀ ਚੁੱਪ ਵੀ ਮਾੜੀ ਆ, ਅੱਤ ਦਾ ਬੋਲਣਾ ਵੀ ਮਾੜਾ ਆ। ਤੇ ਸਾਨੂੰ ਇਹ ਨਿਰਣਾ ਕਰਨਾ ਪੈਣਾ ਵੀ ਇੱਥੇ ਬੋਲੀਏ ਜਾਂ ਨਾ ਬੋਲੀਏ। ਇਹ ਨਿਰਣਾ ਕਰਨਾ ਪੈਣਾ, ਤੇ ਇਹ ਨਿਰਣਾ ਕਈ ਵਾਰੀ ਗਲਤ ਹੋ ਜਾਂਦਾ, ਕਈ ਵਾਰੀ ਠੀਕ ਹੋ ਜਾਂਦਾ। ਸਹੀ ਹੈ, ਹਾਂਜੀ। ਪਰ ਅਸੀਂ ਮੈਂ ਇਹ ਗੱਲ ਕਹਿ ਕੇ ਮੁਕਾ ਦੇਣੀ ਚਾਹੁੰਦਾ ਆ ਵੀ ਆਪਾਂ ਗੱਲ ਸੁਣਨ ਵਾਲੇ ਨੂੰ ਤੇ ਆਪ ਵੀ ਇਮਾਨਦਾਰੀ ਤੇ ਚੱਲੀਏ ਤੇ ਬੜਾ ਸੌਖਾ ਕੰਮ ਆ। ਸੁਣਨ ਵਾਲਾ ਵੀ ਇਮਾਨਦਾਰ ਹੋਵੇ ਤੇ ਸੁਣਾਉਣ ਵਾਲਾ ਵੀ ਇਮਾਨਦਾਰ ਹੋਵੇ ਤੇ ਜ਼ਿੰਦਗੀ ਬੜੀ ਰੈਲੀ ਹੋ ਜਾਂਦੀ ਆ। ਬਿਲਕੁਲ, ਨਹੀਂ ਤੇ ਕੰਨਾਂ ਦੇ ਕੱਚੇ ਹੋ ਜਾਈਦਾ ਫਿਰ ਉੱਥੇ ਫਸਾਦ ਪੈਂਦੇ ਨੇ। ਕੱਚਾ ਜਿਹੜਾ ਬੰਦਾ ਉਹ ਬੜਾ ਨੁਕਸਾਨ ਕਰ ਜਾਂਦਾ। ਤੇ ਇਮਾਨਦਾਰੀ ਤੇ ਆਪਾਂ ਕੋਸ਼ਿਸ਼ ਕਰੀਏ ਵੀ ਇਮਾਨਦਾਰ ਬਣਨ ਦੀ ਹੈ ਬੜਾ ਔਖਾ। ਇਹ ਕਹਿਣ ਨਾਲ ਨਹੀਂ ਗੱਲ ਬਣਦੀ, ਇਹ ਤੇ ਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕੇ ਚੱਲਿਆਂ ਗੱਲ ਬਣਦੀ ਹੈ ਨਾ। ਤੇ ਬੀਬੀ ਰਵਿੰਦਰ ਜੀ, ਮੈਂ ਸਮਾਂ ਬਹੁਤਾ ਨਹੀਂ ਲੈਣਾ ਤੇ ਕਿਉਂ ਮੈਂ ਇੱਕ ਸ਼ੇਅਰ ਬੋਲ ਕੇ ਜਿਹਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦਾ। ਜੀ ਜ਼ਰੂਰ। ਤੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ, ਤੁਹਾਡੇ ਸੰਚਾਲਕਾਂ ਕੋਲੋਂ ਖਿਮਾ ਮੰਗ ਲੈਣੀ ਆ। ਨਹੀਂ ਭਾਈ ਸਾਹਿਬ ਜੀ, ਜ਼ਰੂਰ ਤੁਸੀਂ ਸੁਣਾਓ, ਔਰ ਉਸ ਤੋਂ ਬਾਅਦ ਮੈਂ ਵੀ ਤੁਹਾਡੇ ਨਾਲ ਇੱਕ ਹੋਰ ਸੁਨੇਹਾ ਸ਼ੇਅਰ ਕਰਨਾ ਤੇ ਜੇ ਸ਼ੇਅਰ ਤੋਂ ਬਾਅਦ। ਹਾਂਜੀ ਅੱਛਾ ਜੀ। ਕਿਉਂਕਿ ਜਿਹੜਾ ਸ਼ੇਅਰ ਹੁੰਦਾ ਨਾ ਸਾਰਿਆਂ ਵਾਸਤੇ, ਮੇਰੇ ਵਾਸਤੇ, ਤੁਹਾਡੇ ਇਹ ਯੂਨੀਵਰਸਲ ਮੈਸੇਜ ਹੁੰਦਾ। ਬਿਲਕੁਲ, ਹਾਂਜੀ। ਕਹਿੰਦਾ ਬੁਰਿਆਈ ਕੀਤਿਆਂ ਬੁਰਿਆਈ ਪਏ ਪੱਲੇ। ਜੀ। ਬੁਰਿਆਈ ਕੀਤਿਆਂ ਬੁਰਿਆਈ ਪਏ ਪੱਲੇ, ਭਲਾਈ ਕਰਨੋਂ ਕਦੇ ਸੰਕੋਚੀਏ ਨਾ। ਇਮਾਨਦਾਰੀ ਹੀ ਸੱਚੀ ਬੰਦਗੀ ਏ, ਬੁਰਕੀ ਵੱਡੀ ਦੀ ਭੁੱਲ ਕੇ ਬੋਚੀਏ ਨਾ। ਮੈਂ ਫਿਰ ਪੜਦਾ। ਬੁਰਿਆਈ ਕੀਤਿਆਂ ਬੁਰਿਆਈ ਪਏ ਪੱਲੇ, ਭਲਾਈ ਕਰਨੋਂ ਕਦੇ ਸੰਕੋਚੀਏ ਨਾ। ਓਏ ਇਮਾਨਦਾਰੀ ਹੀ ਸੱਚੀ ਬੰਦਗੀ ਏ, ਬੁਰਕੀ ਵੱਡੀ ਦੀ ਭੁੱਲ ਕੇ ਬੋਚੀਏ ਨਾ। ਕਹਿੰਦਾ ਹੱਕ ਹਲਾਲ ਦੀ ਖਾ ਕੇ ਸਬਰ ਕਰੀਏ। ਜੀ। ਹੱਕ ਹਲਾਲ ਦੀ ਖਾ ਕੇ ਸਬਰ ਕਰੀਏ, ਹਰਾਮ ਦੀ ਖੱਟੀ ਲਈ ਕਦੇ ਲੋਚੀਏ ਨਾ। ਓਏ ਜੇਕਰ ਸੁੱਖ ਸਕੂਨ ਨਹੀਂ ਭੋਗਲ ਦੇ ਸਕਦੇ, ਦੁੱਖ ਦੇਣ ਦੀ ਕਦੇ ਸੋਚੀਏ ਨਾ। ਓਏ ਜੇਕਰ ਸੁੱਖ ਸਕੂਨ ਨਹੀਂ ਭੋਗਲ ਦੇ ਸਕਦੇ, ਦੁੱਖ ਦੇਣ ਦੀ ਕਦੇ ਸੋਚੀਏ ਨਾ। ਯਾਰੋ ਦੁੱਖ ਦੇਣ ਦੀ ਕਦੇ ਸੋਚੀਏ ਨਾ। ਬਹੁਤ ਵਧੀਆ ਭਾਜੀ, ਬਹੁਤ ਵਧੀਆ। ਇਹ ਸੁਨੇਹਾ ਸੀਗਾ, ਇਹ ਗੁਰਬਾਣੀ ਤੇ ਆਧਾਰਿਤ ਵਾ। ਬਿਲਕੁਲ ਹੈ, ਹਾਂਜੀ। ਹੈ ਨਾ ਜੀ? ਹਾਂਜੀ, ਬਹੁਤ ਵਧੀਆ। ਤੇ ਤੁਸੀਂ ਕਿਹੜੀ ਗੱਲ ਕਰਨੀ ਸੀ? ਮੈਂ ਤੁਹਾਡੇ ਨਾਲ, ਤੁਸੀਂ ਜੇ ਮੈਨੂੰ ਸ਼ੋਅ ਤੋਂ ਬਾਅਦ, ਮੈਂ ਪਿਛਲੇ ਹਫਤੇ ਵੀ ਕਿਹਾ ਸੀਗਾ ਔਨ 에ਅਰ, ਪਰ ਮੇਰੇ ਖਿਆਲ ਦੇ ਵਿੱਚ ਤੁਸੀਂ ਮੇਰਾ ਮੈਸੇਜ ਨਹੀਂ ਸੁਣਿਆ। ਨਹੀਂ ਸੁਣਿਆ ਹੋਣਾ। ਹਾਂਜੀ ਹਾਂ, ਤੁਸੀਂ ਜੇ ਮੈਨੂੰ ਅੱਜ ਟੈਲੀਫੋਨ ਆਉਂਦੇ ਰਹਿੰਦੇ, ਕੀ ਕਰੀਏ ਫੇ? ਤੁਸੀਂ ਅੱਜ ਜੇ ਮੈਨੂੰ ਸ਼ੋਅ ਤੋਂ ਬਾਅਦ ਇੱਕ ਵਾਰੀ ਫੋਨ ਜ਼ਰੂਰ ਸਟੂਡੀਓ 'ਚ ਕਰਿਓ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ। ਕਿੰਨੇ ਵਜੇ ਦੀ ਗੱਲ? 11:30 ਤੋਂ ਬਾਅਦ। 11:30 ਤੋਂ ਮੈਂ ਕਰਦੇ ਆ। ਚਲੋ ਠੀਕ ਵਾ। ਠੀਕ ਹੈ ਭਾਜੀ, ਚਲੋ ਠੀਕ ਵਾ। ਓਕੇ ਜੀ। ਤੁਸੀਂ ਫਿਰ ਉੱਥੇ ਰਹੋ ਫਿਰ, ਹੈ ਨਾ? ਮੈਂ ਬਿਲਕੁਲ ਸਟੂਡੀਓ ਦੇ ਵਿੱਚ ਹੀ ਹਾਂ। ਹਾਂਜੀ, ਬਹੁਤ ਧੰਨਵਾਦ। ਓਕੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਤੁਹਾਡੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਚ ਰਹੋ ਭੈਣ। ਆਪ ਜੀ ਦਾ ਧੰਨਵਾਦ ਭਾਈ ਸਾਹਿਬ ਜੀ। ਇਹ ਸਨ ਮੇਰੇ ਵੀਰ ਜੀ ਗੁਰਦੇਵ ਸਿੰਘ ਭੋਗਲ ਜੀ, ਪੀਟਰਪੁਰ ਤੋਂ। ਹਮੇਸ਼ਾ ਆਉਂਦੇ ਨੇ, ਸਲਾਉਂਦੇ ਨੇ, ਮਾਣ ਬਖਸ਼ਦੇ ਨੇ, ਬਹੁਤ ਸਾਰਾ ਪਿਆਰ ਦਿੰਦੇ ਨੇ, ਔਰ ਆਪ ਸਾਰਿਆਂ ਦੇ ਨਾਲ ਆਪਣੇ ਡੂੰਘੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਬਹੁਤ ਹੀ ਸੋਹਣੇ ਜਿਹੇ ਤੇ ਸੁਚੱਜੇ ਜਿਹੇ ਤਰੀਕੇ ਦੇ ਨਾਲ ਪਾ ਜਾਂਦੇ ਨੇ। ਸੋ ਆਪ ਜੀ ਦੇ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। ਭਾਈ ਸਾਹਿਬ ਜੀ, ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਬੀਬੀਆਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ? ਮੈਂ ਪ੍ਰਿਤਪਾਲ ਸਿੰਘ ਪੱਛੂ ਬੋਲਦਾ ਜੀ, ਸਲਾਹ ਤੋਂ। ਹਾਂਜੀ ਭਾਈ ਸਾਹਿਬ ਜੀ, ਆਪ ਜੀ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਤੇ। ਤੁਸੀਂ ਬੜੀ ਮਿਹਰਬਾਨੀ। ਠੀਕ ਠਾਕ ਹੋ? ਤੁਹਾਡਾ ਜਿਹੜਾ ਸਵਾਲ ਤੁਸੀਂ ਕੀਤਾ ਪਿਛਲੇ ਵੀ ਇਸ ਵੀ ਅੱਜ ਵੀ ਉਹੀ ਸਵਾਲ ਆ। ਹਾਂਜੀ ਭਾਈ ਸਾਹਿਬ ਜੀ, ਕਿਉਂਕਿ ਪਿਛਲੀ ਵੀਕ ਬਹੁਤ ਸਾਰੇ ਫੋਨ ਕਾਲਸ ਜਿਹੜੇ ਸੀ। ਹਾਂਜੀ ਮੈਂ ਸੁਣ ਲਿਆ ਸੀ। ਹਾਂਜੀ। ਪਰ ਤੁਸੀਂ ਜਵਾਬ ਤਾਂ ਤੁਸੀਂ ਆਪ ਹੀ ਦਿੱਤਾ ਸਵਾਲ ਦਾ। ਅਸੀਂ ਡਿਸਕਸ਼ਨ ਕਰ ਰਹੇ ਹਾਂ, ਸਵਾਲ ਜਵਾਬ ਤਾਂ ਨਹੀਂ ਹੈਗਾ ਭਾਜੀ। ਭੈਣ ਜੀ ਪਤਾ ਕੀ ਗੱਲ ਆ, ਇਹ ਜਿਹੜੀ ਨਾ ਇਹ ਜਿਹੜਾ ਮੁਹਾਵਰਾ ਹੈ ਨਾ, ਜਾਂ ਜੇ ਕਹਾਵਤ ਕਹਿ ਲਓ ਜੀ, ਇਹ ਜਨਰੇਸ਼ਨ ਗੈਪ ਪੈਣ ਨਾਲ ਨੀਅਰਲੀ ਹੁਣ ਫਿਨਿਸ਼ ਹੀ ਹੋ ਗਈ ਗੱਲ। ਇਹ ਹੁਣ ਤਾਂ ਜਰਾ ਕੁ ਬੋਲੋ ਤਾਂ ਮੋਰੇ ਉਹ ਇਹਦਾ ਜਵਾਬ ਪੱਥਰ ਨਾ ਦਿੰਦੇ ਆ। ਸਹੀ ਗੱਲ ਹੈ ਕਿ ਨਹੀਂ ਗੱਲ? ਬਿਲਕੁਲ। ਹਾਂਜੀ, ਉਹ ਹੁਣ ਏਦਾਂ ਆ ਵੀ ਜਿੱਦਾਂ ਤੁਸੀਂ ਆਪ ਵੀ ਕਹਿ ਚੁੱਕੇ ਕਿ ਕਿੰਨਾ ਚਿਰ ਬੰਦਾ ਚੁੱਪ ਰਹੇ, ਹਨਾ। ਜਿਹੜੀਆਂ ਪੁਰਾਣੀਆਂ ਗੱਲਾਂ ਸੀ ਨਾ, ਉਦੋਂ ਦੋ ਭਰਾ ਹੁੰਦੇ ਸੀ ਫੈਮਿਲੀ 'ਚ, ਮੈਨੇ ਇੱਕ ਨੇ ਬੋਲਣਾ, ਦੂਜੀ ਚੁੱਪ ਕਰਨਾ, ਗੱਲ ਠੰਡੀ ਪੈ ਜਾਣੀ, ਹਨਾ ਜੀ। ਤੇ ਅੱਜ ਨਹੀਂ ਹੈ, ਅੱਜ ਉਹ ਚੀਜ਼ ਹੈ ਨਹੀਂ, ਜਨਰੇਸ਼ਨ ਗੈਪ ਪੈ ਚੁੱਕਾ ਆ।
ਹੁਣ ਜਿਹੜੇ ਨਾ ਹੁਣ ਜਨਰੇਸ਼ਨ ਅੱਜ ਦੀ ਆ, ਇਹਨੂੰ ਤੁਸੀਂ ਮਾੜੀ ਜਿਹੀ ਗੱਲ ਕਹੋ ਇਹ ਤਾਂ ਬਹੁਤ ਔਖੜ ਕੇ ਪੈਂਦੇ ਮੋਰੇ। ਇਹ ਤਾਂ ਬੰਦਾ ਕਹਿੰਦਾ ਆਪ ਹੀ ਮੈਂ ਚੁੱਪ ਕਰ ਜਾਵਾਂ। ਉਹ ਫਿਰ ਸਾਡੇ ਤੇ ਲਾਗੂ ਹੋ ਜਾਂਦੀ ਹੈ ਕਿ ਅਸੀਂ ਚੁੱਪ ਕਰ ਜਾਈਏ ਹੁਣ। ਹਾਂ ਬਈ ਉਹੀ ਆ ਨਾ, ਸਾਡੇ ਤੇ ਯੂ ਟਰਨ ਕਰ ਜਾਂਦੀ ਇਹ ਗੱਲ ਆ ਵੀ ਹੁਣ ਪਹਿਲੀ ਤਾਂ ਗੱਲ, ਦੂਜੀ ਗੱਲ ਇਹ ਵੀ ਆ ਜਿਹੜਾ ਚੁੱਪ ਰਹਿਣਾ ਨਾ ਜ਼ਿਆਦਾ ਜੀ ਇਹ ਵੀ ਮਾੜਾ ਆ। ਕਿਉਂਕਿ ਆਪਣੇ ਦਿਲ ਦੀ ਗੱਲ ਤੁਸੀਂ ਦੱਸ ਨਹੀਂ ਸਕਦੇ। ਉਹ ਕਹਿੰਦੀ ਮੈਡੀਕਲ ਤੌਰ ਤੇ ਵੀ ਕਹਿੰਦੇ ਆ ਕਿ ਤੁਹਾਨੂੰ ਬੋਲਣਾ ਬਹੁਤ ਜ਼ਰੂਰੀ ਆ। ਬਹੁਤ। ਹਾਂਜੀ। ਜਿਹੜਾ ਬੰਦਾ ਬੋਲਦਾ ਨਹੀਂ ਨਾ, ਚੁੱਪ ਰਹਿੰਦਾ ਆ, ਉਹਦੇ ਨਾ ਉਹਨੂੰ ਨਰਵਸ ਕਰੈਕਟਰ ਬਣ ਜਾਂਦਾ ਆ ਉਹਦਾ। ਹਾਂਜੀ। ਕਿਉਂਕਿ ਉਹ ਹਮੇਸ਼ਾ ਹੀ ਡਰੂ ਜਿਹਾ ਰਹਿੰਦਾ ਆ ਜੀ। ਉਹ ਖੁੱਲ ਕੇ ਬਰਾਬਰੀ ਨਹੀਂ ਆਪਣੀ, ਜਿਹੜਾ ਬਰਾਬਰੀ ਵਿੱਚ ਜੀ ਨਹੀਂ ਸਕਦਾ, ਉਹ ਪਾਰਟਿਸਿਪੇਸ਼ਨ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ। ਹਾਂਜੀ, ਉਹਦੇ ਇਨਫੀਰੀਅਰ ਕੰਪਲੈਕਸ ਆ ਜਾਂਦੀ ਆ, ਹੈ ਕਿ ਨਹੀਂ? ਬਿਲਕੁਲ। ਤੇ ਇਸ ਕਰਕੇ ਮੇਰੇ ਤੇ ਵਿਚਾਰ ਆ, ਪਰ ਮੈਂ ਤਾਂ ਕਹਿੰਦਾ ਬੋਲਣਾ ਤਾਂ ਚਾਹੀਦਾ ਆ, ਪਰ ਜਿੱਥੇ ਬੋਲਣਾ ਉੱਥੇ ਬੋਲੀਏ। ਪਰ ਹੁਣ ਸਮਾਂ ਜਿਹੜਾ ਆ ਉਹ ਬਹੁਤ ਖਰਾਬ ਹੋ ਚੁੱਕਾ, ਸਾਨੂੰ ਅਖੀਰ ਵਿੱਚ ਬੋਲਣਾ ਹੀ ਪੈਂਦਾ ਆ। ਬਿਲਕੁਲ ਪੈਂਦਾ ਭਾਜੀ, ਬਿਲਕੁਲ। ਹਾਂਜੀ ਹਾਂਜੀ ਹਾਂਜੀ। ਤੇ ਸ਼ਾਇਦ ਮੇਰੇ ਵਿਚਾਰ ਇੰਨੇ ਵਧੀਆ ਨਹੀਂ ਹੈਗੇ। ਨਹੀਂ ਬਹੁਤ ਵਧੀਆ ਭਾਜੀ, ਕਿਉਂਕਿ ਆਪਣੇ ਜਿਹੜਾ ਅਭਿਆਸ ਦੇ ਮੁਤਾਬਕ, ਆਪਣੇ ਤਜਰਬੇ ਮੁਤਾਬਕ ਮੈਂ ਕਿਹਾ ਆ ਕਿ ਮੈਨੂੰ ਇਹਨਾਂ ਤਜਰਬਾ ਵੀ ਹੈ ਨਹੀਂਗਾ, ਤੇ ਇੱਕ ਮੈਂ ਅਨਪੜ੍ਹ ਬੰਦਾ ਆ, ਮੈਨੂੰ ਇੰਨੀ ਸੋਝੀ ਵੀ ਹੈ ਨਹੀਂਗੀ। ਵਾਹਿਗੁਰੂ। ਇਸ ਕਰਕੇ ਮੈਂ ਜਿੰਨੇ ਮੇਰੇ ਆਪਣੇ ਐਕਸਪੀਰੀਅੰਸ ਨਾਲ ਮੈਂ ਆਪਣੇ ਵਿਚਾਰ ਦਿੱਤੇ ਆ, ਹੋ ਸਕਦਾ ਅੱਛੇ ਵੀ ਨਾ ਹੋਣਗੇ। ਬਹੁਤ ਵਧੀਆ ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸਨ। ਤੁਹਾਡਾ ਜਿਹੜਾ ਤੁਸੀਂ ਕਿਹਾ ਨਾ ਐਕਸਪੀਰੀਅੰਸ, ਜਿਹੜਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਇਨਸਾਨ ਹਮੇਸ਼ਾ ਉਹਦੇ ਤੋਂ ਸਿੱਖਦਾ। ਹਾਂਜੀ ਹਾਂਜੀ। ਔਰ ਖਾਦੀਆਂ ਆ, ਬਸ ਧੱਕੇ ਖਾਦੇ ਹੋ ਆ ਜ਼ਮਾਨੇ ਦੇ, ਉੱਥੋਂ ਤੁਸੀਂ ਲਰਨ ਕਰਦੇ ਆ ਬਹੁਤ ਕੁਛ, ਤੁਸੀਂ ਐਵਰੀਡੇ ਸਿੱਖਦੇ ਆ। ਹਾਂਜੀ ਹਾਂਜੀ। ਇਹ ਚ ਵੀ ਸਾਨੂੰ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਹਮੇਸ਼ਾ ਹੀ ਸਿੱਖਦੇ ਰਹਿੰਦੇ ਆ ਅਸੀਂ, ਮਾਦੇ ਦਮ ਤੇ ਸਿੱਖਦੇ ਰਹਿੰਦੇ ਆ। ਫਿਰ ਵੀ ਇਹ ਬੰਦਾ ਕਹਿੰਦਾ ਮੈਨੂੰ ਸਭ ਕੁਝ ਨਹੀਂ ਆਉਂਦਾ। ਬਿਲਕੁਲ। ਹਾਂਜੀ ਹਾਂਜੀ ਹਾਂਜੀ। ਕੋਈ ਬੰਦਾ ਇੰਨਾ ਨਹੀਂ ਕਹਿ ਸਕਦਾ ਮੈਨੂੰ ਸਾਰੀ ਦੁਨੀਆ ਦਾ ਮੈਨੂੰ ਨੌਲੇਜ ਹੈਗਾ, ਮੈਂ ਸਾਰੀ ਦੁਨੀਆ ਬਾਰੇ ਜਾਣਦਾ, ਉਹ ਬੰਦਾ ਝੂਠ ਬੋਲਦਾ। ਬਿਲਕੁਲ। ਹਾਂਜੀ ਹਾਂਜੀ। ਓਕੇ ਭੈਣ ਜੀ। ਓਕੇ ਭਾਈ ਸਾਹਿਬ ਜੀ, ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਪ੍ਰਿਤਪਾਲ ਸਿੰਘ ਪੱਚੂ ਜੀ ਸਲੋ ਤੋਂ, ਉਹਨਾਂ ਨੇ ਫੋਨ ਕੀਤਾ ਆਪ ਜੀ ਦੇ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। हाँ जी, कौन बोल रहे हैं? मोहम्मद यकूब लंदन से बोल रहा हूँ जी। मोहम्मद यकूब साहब जी, आप जी को मैं आप लोगों का बहुत तहे दिल से शुक्रिया अदा करता हूँ। ये एक सच्चाई का मतलब है जी जी। तो बोलना जो है ये जरूरी है। अगर मैं नहीं बोलूंगा तो आपको लोगों को कैसे पता लगेगा मुसलमान कैसे है? जी जी जी। ये बोलना जरूरी है जी। ये एक वाहिद ऐसा मतलब है कि जो सच्चाई के ऊपर कायम है और अपने हक लाल की रोटी खाता है। बिल्कुल। और जो एक आदमी ने पहले टेलीफोन किया जिसने शेर भी बोले हैं, जी जी, मैं उसके साथ बिल्कुल सहमत हूँ कि उसने बड़ा अच्छा कहा है कि जो आदमी बोलता नहीं उसका पता कैसे चलता है। बिल्कुल। हाँ जी। और बड़ा जबरदस्त प्रोग्राम, मैं आप लोगों का तहे दिल से शुक्रिया अदा करता हूँ। जी आप जी का बहुत बहुत धन्यवाद। ओके जी, वाहिगुरू जी का खालसा वाहिगुरू जी की फतेह। ਇਹ ਸਨ ਮੁਹੰਮਦ ਯਾਕੂਬ ਸਾਹਿਬ ਜੀ, ਜਿਹੜੇ ਕਿ ਲੰਡਨ ਤੋਂ ਸਾਨੂੰ ਫੋਨ ਕਰ ਰਹੇ ਸੀਗੇ, ਔਰ ਪਿਛਲੇ ਹਫਤੇ ਵੀ ਉਹਨਾਂ ਨੇ ਸਾਨੂੰ ਫੋਨ ਕੀਤਾ, ਅੱਜ ਵੀ ਕੀਤਾ। ਆਪ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਔਰ ਤੁਸੀਂ ਜਿਵੇਂ ਕਿ ਖੁਦ ਗੱਲ ਕਰਕੇ ਗਏ ਹੋ ਕਿ ਮਜ਼ਹਬ ਜਿਹੜਾ ਹੈ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਕਿਸੇ ਨਾਲ ਵੀ ਕੁਛ ਉੱਦਾਂ ਦਾ ਕਰੀਏ। ਬੋਲਣਾ ਜਿਹੜਾ ਹੈ, ਸਾਡੀ ਬੋਲੀ ਜਿਹੜੀ ਹੈ, ਸਾਡੀ ਆਪਣੀ ਆਈਡੈਂਟੀਫਿਕੇਸ਼ਨ ਹੈ, ਸਾਨੂੰ ਆਪਣੀ ਸਾਡੀ ਤਹਿਜ਼ੀਬ, ਸਾਡਾ ਜਿਹੜਾ ਰਹਿਣ ਦਾ ਤਰੀਕਾ ਸਲੀਕਾ, ਸਭ ਕੁਛ ਜਿਹੜੀ ਸਾਡੀ ਬੋਲੀ ਸਾਡੀ ਜਿਹੜੀ ਹੈ ਉਹ ਆਈਡੈਂਟੀਫਾਈ ਕਰਦੀ ਹੈ। ਸੋ ਆਪ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ। ਤੇ ਭੈਣ ਜੀ ਅਮਰਜੀਤ ਕੌਰ ਜੀ, ਜਿਵੇਂ ਕਿ ਸਾਡੇ ਭਾਈ ਸਾਹਿਬ ਹੁਣੇ ਮੁਹੰਮਦ ਯਾਕੂਬ ਹੋਣਾ ਨੇ ਵੀ ਕਿਹਾ, ਔਰ ਸਾਡੇ ਵੀਰ ਜੀ ਭੋਗਲ ਭਾਜੀ ਹੁਣੇ ਵੀ ਕਹਿ ਕੇ ਗਏ ਨੇ, ਬਹੁਤ ਵਧੀਆ ਗੱਲ ਕਿ ਹਮੇਸ਼ਾ ਜਿਹੜਾ ਹੈ ਸਾਨੂੰ ਚਾਹੀਦਾ ਹੈ ਬੋਲਣਾ। ਹਾਂਜੀ, ਬੋਲਣਾ ਜ਼ਰੂਰ ਓਨਾ ਕੁ ਚਾਹੀਦਾ ਹੈ ਜਿੰਨੀ ਕੁ ਜ਼ਰੂਰਤ ਹੋਵੇ। ਜ਼ਰੂਰਤ ਆ। ਹੁਣ ਦੇਖ ਲਓ, ਤੁਸੀਂ ਚਾਹੇ ਆਪਣੇ ਘਰਾਂ 'ਚ ਰੱਖ ਲਓ, ਚਾਹੇ ਤੁਸੀਂ ਆਪਣੇ ਕਿਸੇ ਪਾਸੇ ਵੀ ਰੱਖ ਲਓ। ਹੁਣ ਆਪਣੇ ਦੂਸਰਾ ਇੰਡੀਆ ਦੇ ਵਿੱਚ ਦੇਖ ਲਓ ਜੋ ਵੀ ਹੋ ਰਿਹਾ ਆ। ਜੇ ਹੁਣ ਉਹ ਮੀਡੀਆ ਦੇ ਉੱਤੇ ਨਾ ਬੋਲਣਗੇ, ਨਾ ਦੱਸਣਗੇ, ਆਪਾਂ ਨੂੰ ਇੱਥੇ ਬੈਠਿਆਂ ਨੂੰ ਕੁਛ ਨਹੀਂ ਪਤਾ ਲੱਗਦਾ। ਬਿਲਕੁਲ। ਆਪਾਂ ਵਾਪਸ ਇਸੇ ਗੱਲ ਤੇ ਆਉਂਦੇ ਹਾਂ। ਸਾਡੇ ਕੋਲ ਅਗਲੇ ਕਾਲਰ ਆ ਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ हेलो, वाहिगुरु जी का खालसा वाहिगुरु जी की फतेह जी। हाँ जी, कौन बोल रहे हो, केड़ी जगह तो बोल रहे हो? हाँ जी, मैं हरमीत सिंह बोल रहा जी, ब्रैडफोर्ड तो। आप जी जी आए हैं भाई साहब जी आज ਦੇ ਪ੍ਰੋਗਰਾਮ ਤੇ। ਤੁਸੀਂ ਮੈਂ ਕਹਿਣਾ ਚਾਹੂੰਗਾ ਸਾਰੇ ਤੁਹਾਡੇ ਦਰਸ਼ਕਾਂ ਨੂੰ, ਤੁਹਾਡੇ ਸਿੱਖ ਚੈਨਲ ਦੇਖ ਕੇ ਤੇ ਸਾਰਿਆਂ ਦੇ ਵੀਡੀਓ ਦੇਖ ਕੇ ਵੀ ਬਹੁਤ ਖੁਸ਼ੀ ਹੁੰਦੀ ਹੈ। ਧੰਨਵਾਦ ਭਾਜੀ।
ਸਿੱਖ ਚੈਨਲ ਜਿਹੜਾ ਆਪਾਂ ਦੇਖਦੇ ਆ ਸਾਰੇ, ਤੇ ਸਾਨੂੰ ਨਵੇਂ ਮੈਸੇਜ ਸਾਰਿਆਂ ਦੇ ਵੀ ਮਿਲਦੇ ਆ। ਜੀ ਜੀ, ਮੈਂ ਇਹੀ ਕਹਿਣਾ ਚਾਹੂੰਗਾ, ਜਿਹੜੇ ਪਹਿਲੇ ਭਾਈ ਸਾਹਿਬ ਸਾਡੇ ਆਏ ਸਨ ਤੇ ਦੱਸਦੇ ਸਨ ਕਿ ਬੱਚੇ ਵੀ ਅੱਜ ਕੱਲ ਦੇ ਅੱਗੋਂ ਜਵਾਬ ਦੇ ਦਿੰਦੇ ਨੇ, ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਬੱਚਿਆਂ ਨੂੰ ਆਪਾਂ ਦੋਸ਼ ਦਿੰਦੇ ਆ, ਤੇ ਇੱਥੇ ਦੇ ਜਿਹੜਾ ਮਾਹੌਲ ਹੈ ਉਹਦੇ ਹਿਸਾਬ ਨਾਲ ਅਸੀਂ ਬੱਚਿਆਂ ਨੂੰ ਨਹੀਂ ਦੋਸ਼ ਦੇ ਸਕਦੇ। ਸਾਨੂੰ ਇਹੀ ਚਾਹੀਦਾ, ਕਿਉਂਕਿ ਬੱਚੇ ਜਿਹੜੇ ਇੱਥੇ ਦੇ ਮਾਹੌਲ ਵਿੱਚ ਪੜ੍ਹਦੇ ਨੇ ਜਾਂ ਬੜੇ ਹੁੰਦੇ ਨੇ, ਤੇ ਸਾਨੂੰ ਚਾਹੀਦਾ ਉਹਨਾਂ ਨੂੰ ਇੱਕ ਏਦਾਂ ਦਾ ਮਾਹੌਲ ਘਰ ਵਿੱਚ ਬਣਾਇਆ ਜਾਵੇ ਤਾਂ ਜੋ ਏਦਾਂ ਦੀ ਸਿੱਖਿਆ ਦਿੱਤੀ ਜਾਵੇ, ਕਿਉਂਕਿ ਮਹਾਰਾਜ ਕਹਿੰਦੇ ਨੇ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ। ਜਦ ਤੱਕ ਅਸੀਂ ਮਾਤਾ ਪਿਤਾ ਗੁਰਦੇਵ ਉਹਨਾਂ ਦੇ ਨਹੀਂ ਬਣਾਂਗੇ ਤੇ ਅਸੀਂ ਉਹ ਬੱਚਿਆਂ ਨੂੰ ਕਿੱਦਾਂ ਦੋਸ਼ ਦੇ ਸਕਦੇ ਹਾਂ। ਮੇਰਾ ਬਸ ਇਹੀ ਕਹਿਣਾ ਜੀ। ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਆਪ ਜੀ ਦੇ, ਤੇ ਬਹੁਤ ਚੰਗਾ ਲੱਗਿਆ ਸੁਣ ਕੇ। ਧੰਨਵਾਦ ਆਪ ਜੀ ਦਾ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਹਰਮੀਤ ਸਿੰਘ ਜੀ ਬ੍ਰੈਡਫੋਰਡ ਤੋਂ। ਆਪ ਜੀ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ। ਤੁਸੀਂ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਸਭ ਕੁਝ ਕਹਿ ਗਏ ਸਾਡੇ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਕਿ ਜ਼ਰੂਰੀ ਨਹੀਂ ਹੈ ਕਿ ਸਾਡੇ ਬੱਚੇ ਸਾਡੇ ਅੱਗੇ ਜਦੋਂ ਬੋਲਦੇ ਨੇ ਉਸ ਦਾ ਕਾਰਨ ਇਹ ਹੈ ਕਿ ਅਸੀਂ ਉਹ ਬੋਲਣਾ ਚਾਹੁੰਦੇ ਨੇ, ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਖੁਦ ਘਰ ਦਾ ਜਿਹੜਾ ਮਾਹੌਲ ਹੈ ਉਸ ਤਰੀਕੇ ਦਾ ਬਣਾ ਚੁੱਕੇ ਹਾਂ ਕਿ ਬੱਚੇ ਆਟੋਮੈਟਿਕਲੀ ਹੀ ਬੋਲਣ ਲੱਗ ਪੈਂਦੇ ਨੇ। ਅਸੀਂ ਵੀ ਇਹ ਗੱਲ ਰਿਅਲਾਈਜ਼ ਨਹੀਂ ਕਰਦੇ ਔਰ ਸਾਡੇ ਬੱਚੇ ਵੀ ਕਈ ਵਾਰ ਰਿਅਲਾਈਜ਼ ਨਹੀਂ ਕਰਦੇ ਕਿ ਇਹ ਕਿਉਂ ਸਾਡਾ ਜਿਹੜਾ ਝਗੜਾ ਹੈ ਕਿਉਂ ਹੋ ਰਿਹਾ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੀ ਸਟ੍ਰੈਸ ਜਿਹੜੀ ਹੈ ਕਿਸੇ ਹੋਰ ਗੱਲ ਤੇ ਹੁੰਦੀ ਹੈ ਔਰ ਅਸੀਂ ਜਦੋਂ ਘਰ ਦੇ ਵਿੱਚ ਗੱਲ ਕਰਦੇ ਹਾਂ ਇੰਸਟੈਡ ਆਫ ਟਾਕਿੰਗ ਵੀ ਜਸਟ ਸ਼ਾਊਟ। ਔਰ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਡੇ ਘਰ 'ਚ ਜਾਂ ਕਿਸੇ ਹੋਰ ਦੇ ਘਰ, ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਕਈ ਵਾਰ ਮੈਂ ਵੀ ਜਦੋਂ ਕੰਮ ਤੋਂ ਆਉਂਦੀ ਹਾਂ ਕਈ ਵਾਰ ਸਟ੍ਰੈਸ ਆਊਟ ਹੁੰਦੀ ਹਾਂ, ਜੇ ਮੈਂ ਕੋਈ ਜਰਨਲ ਗੱਲ ਵੀ ਕਰਦੀ ਪਈ ਹਾਂ ਕਈ ਵਾਰ ਇੰਸਟੈਡ ਆਫ ਟਾਕਿੰਗ ਕਾਮਲੀ ਆਈ ਜਸਟ ਸੇ ਸਮਥਿੰਗ ਇਨ ਸ਼ਾਊਟਿੰਗ ਵੇ, ਹੈ ਨਾ। ਤੇ ਉਸ ਵੇਲੇ ਵੀ ਘਰ ਦੇ ਵਿੱਚ ਥੋੜਾ ਜਿਹਾ ਜਿਹੜਾ ਮਾਹੌਲ ਹੈ ਉੱਪਰ ਨੀਚੇ ਹੋ ਜਾਂਦਾ ਹੈ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਜੀ ਆਇਆ ਭੈਣ ਜੀ ਅੱਜ ਦੇ ਪ੍ਰੋਗਰਾਮ ਤੇ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਜਿੱਦਾਂ ਤੁਹਾਡਾ ਟੌਪਿਕ ਇਹ ਹੈਗਾ ਕਿ ਬਹੁਤ ਜ਼ਿਆਦਾ ਵਧੀਆ, ਕਿਉਂਕਿ ਜਿਹੜੇ ਯੰਗਸਟਰ ਅੱਜ ਕੱਲ੍ਹ ਦੇ ਉਹ ਤੁਹਾਡੇ ਟੌਪਿਕ ਤੋਂ ਜਿਹੜੇ ਬਾਕੀਆਂ ਦੇ ਐਕਸਪੀਰੀਅੰਸ ਉਹਨਾਂ ਨੂੰ ਲੈ ਕੇ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਸਕਦੇ ਆ। ਬਿਲਕੁਲ, ਹਾਂਜੀ ਹਾਂਜੀ। ਤੇ ਇਹ ਬਹੁਤ, ਪਰ ਮੇਰਾ ਇੱਕ ਇਹ ਵਿਊ ਆ ਕਿ ਜਿੱਦਾਂ ਇਸ ਕੰਟਰੀ ਦੇ ਵਿੱਚ ਰਹਿਣ ਕੇ ਤੁਸੀਂ ਬਾਹਰ ਲੋਕਾਂ ਨਾਲ ਤੁਹਾਡਾ ਡਿਫਰੈਂਟ ਲੋਕਾਂ ਨਾਲ ਵਾਹ ਪੈਂਦਾ ਹੈ ਨਾ। ਹਾਂਜੀ ਹਾਂਜੀ। ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਕਿਹਦੇ ਨਾਲ ਆਪਣੀ ਕਿਹੜੀ ਗੱਲ ਸ਼ੇਅਰ ਕਰ ਸਕਦੇ ਹੋ ਤੇ ਕਿਹੜੀ ਨਹੀਂ ਕਰ ਸਕਦੇ। ਹਾਂਜੀ ਹਾਂਜੀ। ਤੇ ਇਸ ਕਰਕੇ ਕਿਸੇ ਨਾਲ ਆਪਣਾ ਦਿਲ ਖੋਲਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਜਾਣ ਲੈਣਾ ਜ਼ਰੂਰੀ ਆ ਕਿ ਅਗਲਾ ਮੋਰਿਓਂ ਟਰਸਟੇਬਲ ਪਰਸਨ ਹੈਗਾ ਜਾਂ ਨਹੀਂ ਹੈਗਾ। ਬਹੁਤ ਵਧੀਆ ਗੱਲ। ਹਾਂਜੀ। ਤੇ ਕਰਕੇ ਇਹ ਜੇ ਤੁਸੀਂ ਤੁਹਾਡੇ ਕੋਲ ਬਾਹਰ ਕੋਈ ਫੈਮਿਲੀ ਤੋਂ ਬਿਨਾਂ ਤੁਹਾਡੇ ਕੋਲ ਫਰੈਂਡਸ ਨਹੀਂ ਹੈ ਕਿ ਫਿਰ ਵੀ ਤੁਹਾਡੀ ਲਾਈਫ ਥੋੜੀ ਜਿਹੀ ਅਧੂਰੀ ਰਹਿ ਜਾਂਦੀ ਹੈ। ਬਿਲਕੁਲ, ਹਾਂਜੀ। ਇਸ ਕਰਕੇ ਇਹ ਵੀ ਸਾਨੂੰ ਆਪਣੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੀਦਾ, ਆਪਣੇ ਯੰਗਸਟਰ ਨੂੰ ਮੈਸੇਜ ਦੇਣਾ ਚਾਹੀਦਾ ਕਿ ਉਹ ਆਪਣਾ ਸੋਚ ਵਿਚਾਰ ਕੇ ਜਿਹਦੇ ਨਾਲ ਵੀ ਆਪਣੀ ਕੋਈ ਗੱਲ ਕਰਨੀ ਹੈ ਨਾ ਤੇ ਉਹ ਪਹਿਲਾਂ ਬੰਦੇ ਨੂੰ ਦੇਖ ਲੈਣ, ਪਰਖ ਲੈਣ ਤੇ ਇਹ ਉਹਨਾਂ ਦੇ ਫਿਊਚਰ ਲਈ ਬੈਟਰ ਹੋ ਸਕਦਾ ਹੈ ਨਾ। ਬਹੁਤ ਵਧੀਆ ਸੁਨੇਹਾ ਆਪ ਜੀ ਦਾ। ਤੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਇੱਦਾਂ ਦੇ ਪ੍ਰੋਗਰਾਮ ਆਪਣੇ ਜਿਹੜੇ ਬੰਦੇ ਦੀ ਡੇਲੀ ਲਾਈਫ ਦੇ ਨਾਲ ਰਿਲੇਟਡ ਹੈਗੇ ਤੁਸੀਂ ਇਹ ਟੌਪਿਕ ਹੋਰ ਲੈ ਕੇ ਆਓਗੇ ਤੇ ਬਹੁਤ ਵਧੀਆ ਗੱਲ ਹੋਊਗੀ। ਆਪ ਜੀ ਦਾ ਜਿਹੜਾ ਸੁਨੇਹਾ ਹੈ ਮੈਂ ਨੋਟ ਕਰ ਲਿਆ ਹੈ ਕਿ ਡੇਲੀ ਲਾਈਫ ਦੇ ਉੱਤੇ ਜਿੰਨੇ ਵੀ ਟੌਪਿਕ ਅਸੀਂ ਲਿਆ ਸਕਦੇ ਹਾਂ ਆਪ ਜ਼ਰੂਰ ਲੈ ਕੇ ਆਵਾਂਗੇ। ਸੌਰੀ ਤੁਸੀਂ ਮੈਨੂੰ ਆਪਣਾ ਨਾਮ ਨਹੀਂ ਦੱਸਿਆ, ਮੈਂ ਪੁੱਛਿਆ ਵੀ ਨਹੀਂ। ਮੇਰਾ ਨਾਮ ਮਨਦੀਪ ਹੈ। ਮਨਦੀਪ ਕੌਰ ਜੀ, ਕਿਹੜੀ ਜਗ੍ਹਾ ਤੋਂ? ਲੰਡਨ ਤੋਂ। ਆਲਰਾਈਟ ਜਾਨ, ਠੀਕ ਹੈ ਜੀ। ਜ਼ਰੂਰ ਆਪ ਜੀ ਦਾ ਜਿਹੜਾ ਸੁਨੇਹਾ ਹੈ ਮੈਂ ਨੋਟ ਕਰ ਲਿਆ ਹੈ। ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ? ਮੇਰੀ ਇੱਕ ਜਿੱਦਾਂ ਹੁਣ ਇਹਨਾਂ ਨੇ ਕਈ ਵਿੱਚ ਗੁਰਸਿੱਖ ਦਿੰਦੇ ਆਏ ਜਿਨ੍ਹਾਂ ਨੇ ਇਹ ਟੌਪਿਕ ਨੂੰ ਗੁਰਬਾਣੀ ਨਾਲ ਰਿਲੇਟ ਕੀਤਾ ਹੈ ਨਾ, which is very very good impact on like people like us and we can ਅਸੀਂ ਨਾ ਲਰਨ ਕਰ ਸਕਦੇ ਇਹਨਾਂ ਗੱਲਾਂ ਤੋਂ ਹਨਾ। ਨਾਲੇ ਇਸ ਨਾਲ ਸਾਨੂੰ ਆਪਣੇ ਲਾਈਫ ਨੂੰ ਡੇਲੀ ਲਾਈਫ ਨੂੰ ਅਸੀਂ ਸੋਚ ਸਕਦੇ ਕਿ ਗੁਰੂ ਜੀ ਕੀ ਕਹਿੰਦੇ ਆ ਤੇ ਅਸੀਂ ਕੀ ਕਰ ਰਹੇ ਹਾਂ, ਅਸੀਂ ਕੀ ਕਰਦੇ ਹਾਂ। ਹਾਂਜੀ। ਤੇ ਇਸ ਤਰ੍ਹਾਂ ਗੁਰਬਾਣੀ ਸਿੱਖਣ ਦਾ ਇਹ ਹੋਰ ਬਹੁਤ ਵਧੀਆ ਤਰੀਕਾ ਵਾ ਗੁਰਬਾਣੀ ਦੇ ਨਾਲ ਜੁੜਨ ਦੇ ਦਾ ਹਨਾ। ਬਹੁਤ ਵਧੀਆ। ਹਾਂਜੀ ਜੀ, ਥੈਂਕ ਯੂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮਨਦੀਪ ਕੌਰ ਜੀ ਲੰਡਨ ਤੋਂ ਉਹਨਾਂ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ। ਉਹ ਕਹਿੰਦੇ ਕਿ ਬੱਚਿਆਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਈ ਵਾਰ ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਨਹੀਂ ਦੱਸਦੇ ਕਿ ਜਦੋਂ ਤੁਸੀਂ ਬਾਹਰ ਕਿਸੇ ਵੀ ਸੋਸਾਇਟੀ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਮਿਲਦੇ ਹੋ ਉਹਨਾਂ ਦੇ ਨਾਲ ਕਿੰਨੀ ਕੁ ਗੱਲ ਜਿਹੜੀ ਹੈ ਸ਼ੇਅਰ ਕਰਨੀ ਜ਼ਰੂਰੀ ਹੈ। ਸੋ ਅਸੀਂ ਇਸ ਗੱਲ ਦੇ ਉੱਪਰ ਜ਼ਰੂਰ ਜਿਹੜਾ ਹੈ ਇੱਕ ਨਾ ਇੱਕ ਦਿਨ ਟੌਪਿਕ ਲੈ ਕੇ ਆਵਾਂਗੇ ਔਰ ਇਸ ਦੇ ਉੱਪਰ ਆਪਾਂ ਹੋਰ ਵਿਚਾਰਾ ਕਰਾਂਗੇ ਕਿਉਂਕਿ ਆਈ ਥਿੰਕ ਕਿ ਕਈ ਵਾਰ ਅਸੀਂ ਇਹ ਪੱਖ ਜਿਹੜਾ ਹੈ ਇਸ ਨੂੰ ਅਣਦੇਖਿਆ ਕਰਕੇ ਛੱਡ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਬੱਚੇ ਹੁਣ ਸਿਆਣੇ ਹੋ ਗਏ ਆ, ਇਹ ਆਪਣੇ ਆਪ ਦੇਖ ਸਕਦੇ ਨੇ, ਆਪਣੇ ਆਪ ਕਰ ਸਕਦੇ ਨੇ। ਪਰ ਸ਼ਾਇਦ ਮਨਦੀਪ ਹੋਣਾ ਦੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਪੁਆਇੰਟ ਸੀਗਾ ਕਿ ਕਦੇ ਅਸੀਂ ਉਹਨਾਂ ਨੂੰ ਇਹ ਗੱਲ ਦੱਸੀ ਨਹੀਂ
ਕਿ ਤੁਸੀਂ ਬਾਹਰ ਜਾ ਕੇ ਕਿੰਨੀਆਂ ਕੁ ਗੱਲਾਂ ਕਰ ਸਕਦੇ ਹੋ, ਕਿਹਦੇ ਨਾਲ ਕਰ ਸਕਦੇ ਹੋ। ਤੇ ਜ਼ਰੂਰ ਆਪ ਜੀ ਦੇ ਅਸੀਂ ਧੰਨਵਾਦੀ ਹੈਗੇ ਆ ਔਰ ਅਗਾਂਹ ਵੀ ਹੋਵਾਂਗੇ ਜੇ ਤੁਸੀਂ ਆਪਣੇ ਕੀਮਤੀ ਵਿਚਾਰ ਇਸੇ ਤਰ੍ਹਾਂ ਹੀ ਸਾਡੇ ਨਾਲ ਸ਼ੇਅਰ ਕਰਦੇ ਰਹੋ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਆਪ ਜੀ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ? ਰਾਜਵੀਰ ਸਿੰਘ ਜੀ। ਕਿਹੜੀ ਜਗ੍ਹਾ ਤੋਂ? ਬੁਲਵਾਹਟਨ ਤੋਂ ਬੋਲਦੇ ਜੀ। ਆਪ ਜੀ ਨੂੰ ਜੀ ਆਏ ਅੱਜ ਦੇ ਪ੍ਰੋਗਰਾਮ ਤੇ ਭਾਈ ਸਾਹਿਬ ਜੀ। ਬਿਲਕੁਲ ਜੀ, ਤੁਸੀਂ ਬਹੁਤ ਅੱਛੇ ਟੌਪਿਕ ਲਿਆਉਂਦੇ ਹੋ। ਧੰਨਵਾਦ ਭਾਜੀ। ਹਾਂਜੀ, ਮੈਂ ਵੀ ਇਹੀ ਕਹਿਣਾ ਕਿ ਨਾਲ ਜੋ ਤੁਸੀਂ ਸਮਾਜਿਕ ਸੁਨੇਹੇ ਦੇ ਰਹੇ ਹੋ ਜੀ ਬਹੁਤ ਚੰਗੇ ਨੇ ਜੀ। ਕੁਛ ਮੈਂ ਵੀ ਮੈਨੂੰ ਦੱਸ ਸਕਦਾ ਕਿ ਕੁਛ ਟੌਪਿਕ ਹੋਣ ਜੋ ਆਪਣੀ ਭਲਾਈ ਵਾਸਤੇ ਦਾ, ਜਿਵੇਂ ਕਿ ਦਾਜ ਬੰਦ ਕੀਤਾ ਜਾ ਸਕਦਾ ਪਰ ਕਿੱਦਾਂ? ਜੀ ਜੀ ਜੀ। ਤੇ ਭਰੂਣ ਹੱਤਿਆ ਜੀ ਜਿਵੇਂ ਜੀ ਇਹ ਵੀ ਹੋ ਸਕਦੀ, ਮੇਰੇ ਕੋਲ ਹੈਗੀ, ਜੇ ਕਿਤੇ ਬਹਿ ਕੇ ਗੱਲ ਕਰੀਏ ਕਿਵੇਂ ਹੋ ਸਕਦਾ, ਕਿਉਂਕਿ ਗਰੀਬ ਆਦਮੀ ਵੱਲ ਕੋਈ ਨਹੀਂ ਵੇਖਦਾ, ਹਮੇਸ਼ਾ ਅਮੀਰਾਂ ਨੂੰ ਵੇਖਿਆ ਜਾਂਦਾ ਉੱਚੇ ਥਾਂ, ਉਹਨਾਂ ਤੋਂ ਸਟਾਰਟ ਹੋਣਾ ਚਾਹੀਦਾ ਇਹ ਕੰਮ। ਜੀ 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 ਜੀ। ਜਿਵੇਂ ਬਰਾਤਾਂ ਜਾਂਦੀਆਂ ਘੱਟ ਕਰਨੀਆਂ ਜੀ। ਸੋ ਸਿੱਖ ਚੈਨਲ ਦਾ ਧੰਨਵਾਦ ਹੈ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਤੇ ਤੁਸੀਂ ਜੇ ਕੋਈ ਵੀ ਆਪਣਾ ਜਿਹੜਾ ਸੁਝਾਅ ਹੈਗਾ ਤੁਸੀਂ ਮੈਨੂੰ ਈਮੇਲ ਵੀ ਭੇਜ ਸਕਦੇ ਹੋ। ਮੇਰੀ ਈਮੇਲ ID ravinder.kaur@sikhchannel.tv ਜੀ। ਬਹੁਤ ਮੈਂ ਮੈਂਬਰ ਰੇਡੀਓ ਤੇ ਰਾਜ ਰੇਡੀਓ ਤੇ ਮੈਂ ਬਹੁਤ ਸਾਰੇ ਟੌਪਿਕ ਦਿੰਦਾ ਵਧੀਆ ਸਮਾਜਿਕ ਜਿਹੜੇ ਹੁੰਦੇ ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਭਾਜੀ। ਓਕੇ, ਥੈਂਕ ਯੂ। ਹਾਂਜੀ, ਆਪ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਾਜਵੀਰ ਸਿੰਘ ਜੀ ਵੁਲਵਰਹੈਂਪਟਨ ਤੋਂ। ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ। ਤੁਸੀਂ ਚਾਹੁੰਦੇ ਹੋ ਕਿ ਅਸੀਂ ਹੋਰ ਨਵੇਂ ਟੌਪਿਕ ਜਿਹੜੇ ਨੇ ਲੈ ਕੇ ਆਈਏ, ਕੋਸ਼ਿਸ਼ ਜ਼ਰੂਰ ਕਰਾਂਗੇ ਭਾਈ ਸਾਹਿਬ ਜੀ। ਆਪ ਸਾਰਿਆਂ ਦਾ ਸਾਥ, ਆਪ ਸਾਰਿਆਂ ਦਾ ਸਹਿਯੋਗ ਬਹੁਤ ਹੀ ਲੋੜੀਂਦਾ ਹੈ ਔਰ ਹਮੇਸ਼ਾ ਤੁਸੀਂ ਇਸ ਪ੍ਰੋਗਰਾਮ ਨੂੰ ਮਾਣ ਦਿੰਦੇ ਹੋ, ਪਿਆਰ ਦਿੰਦੇ ਹੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਕੋਲ ਅਗਲੇ ਕਾਲਰ ਆ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲ ਰਹੇ ਹੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਭੈਣ ਜੀ, ਮੈਂ ਗ੍ਰੀਸ ਤੋਂ ਬੋਲਦਾ, ਜੈਪ ਸਿੰਘ ਜੀ ਬੋਲਦਾ। ਜੈਪ ਸਿੰਘ ਭਾਈ ਸਾਹਿਬ ਜੀ, ਆਪ ਜੀ ਨੂੰ ਜੀ ਆਏ ਅੱਜ ਦੇ ਪ੍ਰੋਗਰਾਮ ਤੇ। ਭੈਣ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜਿਹੜਾ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰਦੇ ਹੋ। ਧੰਨਵਾਦ ਭਾਜੀ। ਤੇ ਦੂਸਰੀ ਗੱਲ ਇਹ ਆ ਵੀ ਜਿੱਦਾਂ ਜਿਹੜਾ ਤੁਸੀਂ ਟੌਪਿਕ ਰੱਖਿਆ ਨਾ ਬਹੁਤ ਵਧੀਆ ਆ। ਥੈਂਕ ਯੂ। ਮੈਂ ਤਾਂ ਆਪਣੇ ਇੱਕ ਗੱਲ ਕਰਨੀ ਚਾਹੁੰਦਾ ਜੀ। ਜੇ ਇਨਸਾਨ ਦੇ ਵਿੱਚ ਜੇ ਆਪਣੀ ਗਲਤੀ ਹੋਵੇ, ਜੇ ਦੂਜਾ ਬੋਲਦਾ ਤਾਂ ਉਹਨੂੰ ਚੁੱਪ ਕਰਨ ਜਾਣਾ ਚਾਹੀਦਾ। ਜਿਹੜਾ ਇਨਸਾਨ ਜੇ ਸਾਡੀ ਗਲਤੀ ਹੈ, ਜੇ ਮੋਹਰੇ ਕੋਈ ਸਾਨੂੰ ਕਹਿੰਦਾ ਆ, ਕੋਈ ਵਧੀਆ ਸੁਝਾਅ ਦਿੰਦਾ ਤੇ ਸਾਨੂੰ ਚੁੱਪ ਕਰ ਜਾਣਾ ਚਾਹੀਦਾ। ਜੇ ਕੋਈ ਇਨਸਾਨ ਜਿਹੜਾ ਬਗੈਰ ਮਤਲਬ ਤੇ ਵੀ ਕਿਸੇ ਨੂੰ ਗੱਲ ਕਹਿੰਦਾ, ਉਹਨੂੰ ਵੀ ਆਪਣੇ ਹਿਰਦੇ ਦੇ ਵਿੱਚ ਸੋਚਣਾ ਚਾਹੀਦਾ ਵੀ ਮੇਰੀ ਗੱਲ ਕਹਿਣ ਦੇ ਨਾਲ ਕਿਸੇ ਦਾ ਮਨ ਤਾਂ ਨਹੀਂ ਦੁਖਦਾ। ਜੇ ਕਿਸੇ ਦਾ ਮਨ ਦੁਖਦਾ ਹੈ ਤੇ ਮੈਨੂੰ ਆਪਣੇ ਮਨ ਨੂੰ ਵੀ ਮੇਰਾ ਬਾਅਦ ਚ ਮਨ ਦੁਖੀ ਹੋਵੇਗਾ। ਜੀ ਜੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵੀ ਵਚਨ ਹੈ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਤਨ ਮਨ ਫਿੱਕਾ ਹੋਏ। ਹਾਂਜੀ। ਤੇ ਸਾਡਾ ਜੇ ਅਸੀਂ ਬਾਣੀ ਪੜ੍ਹਦੇ ਹਾਂ ਤੇ ਪਹਿਲੀ ਗੱਲ ਤਾਂ ਸਾਨੂੰ ਮਿੱਠੇ ਬੋਲੇ ਬੋਲਣੇ ਚਾਹੀਦੇ ਨੇ ਜੀ। ਕੋਈ ਮਾੜਾ ਸ਼ਬਦ ਬੋਲਾਂਗੇ ਤੇ ਕਿਸੇ ਦਾ ਮਨ ਦੁਖੀ ਹੋਵੇਗਾ। ਦੂਸਰੀ ਗੱਲ ਇਹ ਆ ਵੀ ਮੈਂ ਜਿਹੜਾ ਮੇਰਾ ਮੁਸਲਮਾਨ ਵੀਰ ਨੇ ਫੋਨ ਕੀਤਾ, ਮੈਂ ਉਹਦਾ ਬਹੁਤ ਦਿਲੋਂ ਧੰਨਵਾਦ ਕਰਦਾ। ਬਿਲਕੁਲ। ਹਾਂਜੀ। ਜਿਹਨੇ ਇਸ ਚੈਨਲ ਦੇ ਉੱਤੇ ਆ ਕੇ ਚੈਨਲ ਦਾ ਵੀ ਧੰਨਵਾਦ ਕੀਤਾ ਤੇ ਆਪਣੇ ਦਿਲ ਦੀਆਂ ਉਹਨੇ ਗੱਲਾਂ ਦੱਸੀਆਂ ਜੀ। ਖਾਸ ਤੌਰ ਤੇ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਆ। ਤੇ ਇੱਕ ਸਿੱਖ ਕੌਮ ਦੇ ਲਈ ਇਹ ਚੈਨਲ ਜੋ ਸਰ ਬਲਵਿੰਦਰ ਸਿੰਘ ਬੱਲ ਨੇ ਦਿੱਤਾ, ਉਹਨਾਂ ਦਾ ਵੀ ਬਹੁਤ ਧੰਨਵਾਦ ਆ, ਜਿਨ੍ਹਾਂ ਨੇ ਐਡੀ ਕੁਰਬਾਨੀ ਕਰਨ ਵਾਲਾ ਹੀ ਕੰਮ ਹੈ, ਜਿਹਨੇ ਇੰਨਾ ਖਰਚ ਕਰਕੇ ਕੌਮ ਨੂੰ ਦਿੱਤਾ। ਤੇ ਅੱਜ ਮੇਰੇ ਵੀਰ ਉਹ ਮੁਸਲਮਾਨ ਵੀਰ ਆਏ ਨੇ, ਇੰਨੀ ਸਾਨੂੰ ਖੁਸ਼ੀ ਆ ਜਿਹਦਾ ਕੋਈ ਹਿਸਾਬ ਨਹੀਂ ਹੈ। ਮੈਨੂੰ ਵੀ ਲਾਸਟ ਵੀਕ ਭਾਈ ਸਾਹਿਬ ਜੀ ਜਦੋਂ ਪਿਛਲੇ ਹਫਤੇ ਉਹਨਾਂ ਦਾ ਪਹਿਲੀ ਵਾਰ ਫੋਨ ਕਾਲ ਆਇਆ ਸੀਗਾ, ਮੈਨੂੰ ਵੀ ਬਹੁਤ ਹੀ ਫਖਰ, ਬਹੁਤ ਹੀ ਮਾਣ ਹੋਇਆ ਕਿ ਉਹਨਾਂ ਨੇ ਇਸ ਸ਼ੋਅ ਦੇ ਵਿੱਚ ਸਾਨੂੰ ਫੋਨ ਕੀਤਾ ਔਰ ਬਹੁਤ ਚੰਗਾ ਲੱਗਿਆ। ਹਾਂਜੀ ਹਾਂਜੀ, ਬਹੁਤ ਹੀ ਸੋਹਣਾ ਲੱਗਿਆ। ਸਾਡਾ ਜਦ ਇੰਨਾ ਮਨ ਖੁਸ਼ੀ ਹੋਇਆ ਵੀ ਅੱਜ ਸਿੱਖ ਚੈਨਲ ਜੇ ਖੁੱਲਿਆ ਆ, ਉਹਦੇ ਉੱਤੇ ਸਾਡੇ ਵੀਰਾਂ ਨੇ ਅੱਜ ਜੇ ਫੋਨ ਕੀਤਾ ਆ। ਅਸੀਂ ਸਮਝਦੇ ਹਾਂ ਵੀ ਸਾਡੀ ਇੱਕ ਬਹੁਤ ਵੱਡੀ ਇਹ ਜਿੱਤ ਹੈ। ਬਿਲਕੁਲ ਬਿਲਕੁਲ। ਜਿੰਨਾ ਪ੍ਰਚਾਰ ਇਸ ਵੇਲੇ ਸਿੱਖ ਚੈਨਲ ਕਰ ਰਿਹਾ, ਭੈਣ ਜੀ ਹੁਣੀ ਕਰ ਰਹੇ, ਜਿੰਨੇ ਵੀ ਵੀਰ ਪ੍ਰੋਗਰਾਮ ਕਰਨੇ ਬਹੁਤ ਵਧੀਆ ਆ। ਤੇ ਮੈਂ ਕੌਮ ਨੂੰ ਵੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸਾਥ ਦਿਓ, ਇਹਨਾਂ ਦਾ ਇਹ ਚੈਨਲ ਤਰੱਕੀ ਦੇ ਵਿੱਚ ਜਾਵੇ। ਦਿਨ ਰਾਤ ਮਿਹਨਤਾਂ ਕਰਕੇ ਤੁਸੀਂ ਇੰਨਾ ਸੇਵਾ ਕਰਦੇ ਆ ਕੌਮ ਦੀ, ਸਾਡਾ ਸਾਰਿਆਂ ਦਾ ਹੱਕ ਬਣਦਾ ਵੀ ਅਸੀਂ ਵੀ ਇਸ ਸਿੱਖ ਚੈਨਲ ਦੀ ਸੇਵਾ ਕਰਕੇ ਇਹਨੂੰ ਤਰੱਕੀ ਦੇ ਵਿੱਚ ਜਾਵੇ। ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਸ ਇੱਕ ਮੈਂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਆਪਾਂ ਪ੍ਰੋਗਰਾਮ ਸੁਣੀਏ ਤੇ ਕੁਛ ਨਾ ਕੁਛ ਆਪਾਂ ਪੱਲੇ ਵੀ ਆਪਣੇ ਬਣੀਏ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਅਜੈਬ ਸਿੰਘ ਜੀ ਗ੍ਰੀਸ ਤੋਂ। ਆਪ ਜੀ ਤੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਜਿਵੇਂ ਕਿ ਤੁਸੀਂ ਕਿਹਾ, ਤੁਹਾਨੂੰ ਅੱਜ ਬਹੁਤ ਫਖਰ ਹੋਇਆ, ਅੱਜ
ਸਾਡੇ ਭਾਈ ਸਾਹਿਬ ਮੁਹੰਮਦ ਯਕੂਬ ਸਾਹਿਬ ਉਹਨਾਂ ਦਾ ਜਿਹੜਾ ਫੋਨ ਕਾਲ ਆਇਆ, ਉਸ ਦੇ ਲਈ ਆਪ ਨੂੰ ਵੀ ਮਾਣ ਹੋਇਆ, ਮੈਨੂੰ ਵੀ ਬਹੁਤ ਹੀ ਮਾਣ ਹੋਇਆ ਜਦੋਂ ਉਹਨਾਂ ਨੇ ਪਿਛਲੇ ਹਫ਼ਤੇ ਔਰ ਅੱਜ ਫੇਰ ਤੋਂ ਫੋਨ ਕੀਤਾ ਸਾਡੇ ਸ਼ੋਅ ਦੇ ਵਿੱਚ। ਔਰ ਬਹੁਤ ਖੁਸ਼ੀ ਹੁੰਦੀ ਹੈ। ਅਸੀਂ ਸਿਰਫ ਸ਼ਾਇਦ ਕਈ ਵਾਰ ਇਹ ਸੋਚ ਕੇ ਬੈਠ ਜਾਂਦੇ ਹਾਂ ਕਿ ਇਹ ਜਿਹੜਾ ਚੈਨਲ ਹੈ ਸਿਰਫ ਪੰਜਾਬੀ ਪਰਿਵਾਰ ਜਾਂ ਸਿੱਖ ਪਰਿਵਾਰ ਦੇਖਦੇ ਨੇ, ਪਰ ਜ਼ਰੂਰੀ ਨਹੀਂ ਹੈ। ਬਹੁਤ ਸਾਰੀਆਂ ਹੋਰ ਕਮਿਊਨਿਟੀਜ਼ ਨੇ ਜਿਹੜੀਆਂ ਇਸ ਚੈਨਲ ਨੂੰ ਦੇਖਦੀਆਂ ਨੇ ਔਰ ਬਹੁਤ ਕੁਛ ਇਹਦੇ ਉੱਪਰੋਂ ਸਿੱਖ ਵੀ ਰਹੀਆਂ ਨੇ। ਸੋ ਜਿਵੇਂ ਕਿ ਤੁਸੀਂ ਭਾਈ ਸਾਹਿਬ ਦਵਿੰਦਰ ਸਿੰਘ ਬੱਲ ਹੋਣਾ ਦਾ ਧੰਨਵਾਦ ਕੀਤਾ, ਮੈਂ ਵੀ ਉਹਨਾਂ ਦੀ ਬਹੁਤ ਹੀ ਤਹਿ ਦਿਲ ਤੋਂ ਧੰਨਵਾਦੀ ਹਾਂ। ਔਰ ਉਸ ਦੇ ਨਾਲ ਨਾਲ ਆਪ ਸਾਰਿਆਂ ਦੀ ਧੰਨਵਾਦੀ ਹਾਂ, ਕਿਉਂਕਿ ਇਸ ਚੈਨਲ ਨੂੰ ਆਪ ਸਾਰੇ ਜਣੇ ਆਪਣੀ ਆਪਣੀ ਸਪੋਰਟ ਦਿੰਦੇ ਹੋ। ਜ਼ਰੂਰੀ ਨਹੀਂ ਹੈ ਕਿ ਸਿਰਫ ਮਾਇਆ ਵਜੋਂ ਬਹੁਤ ਸਾਰੇ ਵੋਲੰਟੀਅਰਸ ਨੇ, ਔਰ ਡੈਫੀਨੇਟਲੀ ਜਿਹੜੀ ਮਾਇਆ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਆਪ ਸਾਰਿਆਂ ਨੇ ਆਪਣੇ ਆਪਣੇ ਡਾਇਰੈਕਟ ਡੈਬਿਟ ਸੈੱਟ ਕੀਤੇ ਹੋਏ ਨੇ ਔਰ ਉਸ ਦਾ ਜਿਹੜਾ ਹਿੱਸਾ ਹੈ ਬੂੰਦ ਬੂੰਦ ਦੇ ਕਰਕੇ ਦਰਿਆ ਜਿਹੜਾ ਹੈ ਭਰਦਾ ਹੈ, ਔਰ ਇਸ ਚੈਨਲ ਦੇ ਜਿਹੜੇ ਖਰਚੇ ਨੇ ਉਹਨਾਂ ਦੇ ਉੱਪਰੋਂ ਚੱਕੇ ਜਾ ਰਹੇ ਨੇ। ਸੋ ਆਪ ਸਾਰਿਆਂ ਦਾ ਜਿਨ੍ਹਾਂ ਜਾਣੇ ਵੀ ਇਸ ਵੇਲੇ ਡਾਇਰੈਕਟ ਡੈਬਿਟ ਸੈੱਟ ਕੀਤੇ ਹੋਏ ਨੇ ਇਸ ਚੈਨਲ ਨੂੰ ਰਨ ਕਰਨ ਲਈ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਜਿਨ੍ਹਾਂ ਨੇ ਨਹੀਂ ਕੀਤੇ, ਫਿਰ ਕਹਾਂਗੀ ਜਿਨ੍ਹਾਂ ਨੇ ਨਹੀਂ ਕੀਤੇ, ਇੱਕ ਵਾਰ ਫਿਰ ਸੋਚਿਓ, ਚਾਹੇ ਤੁਸੀਂ ਥੋੜ੍ਹੇ ਜਿਹੇ ਪੈਸੇ, ਜ਼ਰੂਰੀ ਨਹੀਂ ਹੈ ਅਸੀਂ 100,000 ਦੇਣੇ ਨੇ, 2 ਪੌਂਡ 5 ਪੌਂਡ 10 ਪੌਂਡ ਜਿੰਨੇ ਵੀ ਤੁਸੀਂ ਡਾਇਰੈਕਟ ਡੈਬਿਟ ਸੈੱਟ ਕਰ ਸਕਦੇ ਹੋ ਜ਼ਰੂਰ ਕਰੋ, ਕਿਉਂਕਿ ਇਹ ਚੈਨਲ ਸਾਡਾ ਪਹਿਲਾਂ ਸਿੱਖਾਂ ਦਾ ਇੱਕ ਚੈਨਲ ਹੈ ਜਿਹੜਾ ਕਿ ਸਾਨੂੰ ਰੀਪ੍ਰੈਜ਼ੈਂਟ ਕਰ ਰਿਹਾ ਹੈ, ਸਾਡੀ ਜਿਹੜੀ ਆਵਾਜ਼ ਹੈ ਇਸ ਨੂੰ ਬੁਲੰਦ ਕਰ ਰਿਹਾ ਹੈ। ਸੋ ਇਸ ਨੂੰ ਅਸੀਂ ਕਿਸੇ ਪਾਸਿਓਂ ਵੀ ਵੀਕ ਨਹੀਂ ਹੋਣ ਦੇਣਾ। ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਆਪਣਾ ਆਪਣਾ ਸਹਿਯੋਗ ਦਿੰਦੇ ਹੋ ਔਰ ਅਗਾਂਹ ਵੀ ਇਸੇ ਤਰ੍ਹਾਂ ਹੀ ਇਸ ਮਾਣ ਨੂੰ, ਇਸ ਸਾਥ ਨੂੰ ਦਿੰਦੇ ਰਹੋਗੇ। ਸੋ ਆਪ ਸਾਰਿਆਂ ਦਾ ਇੱਕ ਵਾਰੀ ਫਿਰ ਮੇਰੇ ਵੱਲੋਂ, ਸਿੱਖ ਚੈਨਲ ਦੀ ਪੂਰੀ ਹੀ ਮੈਨੇਜਮੈਂਟ ਕਮੇਟੀ ਵੱਲੋਂ, ਸਾਰੇ ਹੀ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਭੈਣ ਜੀ ਦੁਬਾਰਾ ਆਪਾਂ ਗੱਲ ਕਰੀਏ ਜੀ। ਆਪਾਂ ਜਿੱਦਾਂ ਤੁਸੀਂ ਚੁੱਪ ਤੇ ਗੱਲ ਹੋਈ ਸੀ। ਹਾਂਜੀ ਹਾਂਜੀ ਹਾਂਜੀ। ਤੇ ਜਿੱਦਾਂ ਹੁਣ ਆਪਣੇ ਮੈਂ ਇੰਡੀਆ ਦੀ ਵੀ ਗੱਲ ਕਰਦੀ ਹਾਂ ਵੀ ਜੋ ਹੁੰਦਾ ਆਪਾਂ ਉਹ ਵੀ ਦੇਖਦੇ ਹਾਂ, ਤੇ ਆਪਾਂ ਜੇ ਉਹ ਹੁਣ ਮਤਲਬ ਚੈਨਲ ਤੇ ਆ ਕੇ ਬੋਲਦੇ ਨਾ ਤੇ ਆਪਾਂ ਨੂੰ ਸੱਚਾਈ ਦਾ ਪਤਾ ਵੀ ਨਹੀਂ ਲੱਗਦਾ ਹੈਗਾ। ਪਰ ਮੈਂ ਇਹ ਸੋਚਦੀ ਹਾਂ ਕਿ ਜੇ ਹਨਾ ਸਾਰੀਆਂ ਮਾਵਾਂ, ਮਾਤਾ ਪਿਤਾ, ਕਈ ਆਪਾਂ ਬੱਚਿਆਂ ਨੂੰ ਵੀ ਦੋਸ਼ ਦੇ ਦਿੰਦੇ, ਮਾਤਾ ਪਿਤਾ ਤੇ ਵੀ ਹੁੰਦਾ ਆ ਕਿ ਜਿਹੜੀ ਸਿੱਖਿਆ ਉਹਨਾਂ ਨੂੰ ਬਚਪਨ ਤੋਂ ਲੱਗ ਕੇ ਵੱਡਿਆਂ ਤੱਕ ਮਿਲਦੀ ਆ, ਉਸੇ ਕਰਕੇ ਘਰ ਦੇ ਜਿੱਦਾਂ ਤੁਸੀਂ ਕਿਹਾ ਮਾਹੌਲ ਦੇ ਨਾਲ ਹੀ ਚੱਲਦਾ ਬੰਦਾ, ਤੇ ਮਾਂ ਪਿਓ ਦਾ ਵੀ ਬਹੁਤ ਫਰਜ਼ ਬਣਦਾ ਆ। ਤੇ ਹੁਣ ਜਿੱਦਾਂ ਹੁਣ ਆਪਣੇ ਪਿਛਲੀ ਵੀਕੇ ਆਪਣੇ ਜਿੰਦੇ ਉਹਨਾਂ ਦੀ ਮਾਤਾ ਹੁਣੀ ਪੂਰੇ ਹੋਏ ਆ, ਚੜ੍ਹਾਈ ਕੀਤੀ ਆ, ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਭੇਟਾ ਕਰਦੇ ਆ। ਬਿਲਕੁਲ ਹਾਂਜੀ। ਉਹਨਾਂ ਨੇ ਦੇਖ ਲਓ ਬੱਚਿਆਂ ਨੂੰ ਜਨਮ ਤੋਂ ਹੀ ਉਸ ਬੱਚੇ ਨੂੰ ਸਿੱਖਿਆ ਦਿੱਤੀ, ਤੇ ਹੁਣ ਤੱਕ ਉਹਨੀ ਜਿਹੜੀਆਂ ਸਾਡੀਆਂ ਦਸਤਾਰਾਂ ਆ ਜਾਂ ਸਾਡੇ ਅਸੀਂ ਸਿਰ ਉੱਚਾ ਕਰਕੇ ਤੁਰਦੇ ਆ, ਅਸੀਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਤੁਰਦੇ ਆ। ਬਿਲਕੁਲ ਹਾਂਜੀ। ਤੇ ਉਹਨਾਂ ਨੇ ਜਦੋਂ ਆਏ, ਮਾਤਾ ਹੁਣੀ ਇੱਥੇ ਵੀ ਆਏ ਆ ਆਪਣੇ ਲਿਸਟ 'ਚ, ਭਾਗ ਸਿੰਘ ਉਹਨਾਂ ਦੇ ਘਰ, ਤਾਂ ਉਹਨਾਂ ਨੇ ਸਾਨੂੰ ਟੈਲੀਫੋਨ ਕੀਤਾ, ਅਸੀਂ ਉੱਥੇ ਗਏ ਆ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨੇ ਸਾਨੂੰ ਉਹਨਾਂ ਦੇ ਬਚਪਨ ਤੋਂ ਲੱਗ ਕੇ, ਸੁੱਖਾ ਤੇ ਜਿੰਦਾ ਦੋਏ ਭੂਆ ਮਾਮੇ ਦੇ ਪੁੱਤ ਸੀ ਜੀ 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 ਜੀ, ਤੇ ਉਹਨਾਂ ਨੇ ਬਚਪਨ ਤੋਂ ਲੱਗ ਕੇ ਦੇਖ ਲਓ ਹੁਣ ਤੱਕ ਉਹਨਾਂ ਨੇ ਸਾਰੀਆਂ ਸਾਨੂੰ ਐਡ ਤੋਂ ਜੱਟ ਤੱਕ ਸਾਰੀਆਂ ਗੱਲਾਂ ਦੱਸੀਆਂ। ਉਹਨਾਂ ਦਾ ਜਿਹੜਾ ਜੀਵਨੀ ਦੀ ਸੀ ਸਾਰੀ ਦੱਸੀ, ਬਹੁਤ ਉਹਨਾਂ ਦੀ ਵੱਡੀ ਕੁਰਬਾਨੀ ਆ। ਅਸੀਂ ਉਹਨਾਂ ਮਾਤਾ ਜੀ ਉਹਨਾਂ ਨੂੰ ਬਹੁਤ ਹੀ ਸ਼ਰਧਾਂਜਲੀ ਭੇਟਾ ਕਰਦੇ ਹਾਂ। ਬਿਲਕੁਲ ਜੀ, ਸਾਡੇ ਵੱਲੋਂ ਵੀ, ਸਾਡੇ ਪੂਰੇ ਸਿੱਖ ਚੈਨਲ ਦੀ ਟੀਮ ਵੱਲੋਂ ਜਿਹੜੇ ਉਹਨਾਂ ਨੂੰ ਸ਼ਰਧਾਂਜਲੀ ਹੈ। ਸੋ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ। ਕੌਣ ਬੋਲ ਰਹੇ ਹੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਮਹਿੰਦਰ ਸਿੰਘ ਬੋਲ ਰਿਹਾ, ਸਮੈਤਕ ਤੋਂ ਜੀ। ਕਿਹੜੀ ਜਗ੍ਹਾ ਤੋਂ? ਸਮੈਤਕ ਜੀ, ਸਮੈਤਕ ਤੋਂ। ਆਪ ਜੀ ਨੂੰ ਜੀ ਆਏ ਆ ਭਾਈ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਤੇ। ਹੈਲੋ, ਹਾਂਜੀ ਬਿਲਕੁਲ ਜੀ, ਆਪ ਜੀ ਨੂੰ ਜੀ ਆਏ ਆ ਭਾਈ ਸਾਹਿਬ ਅੱਜ ਦੇ ਪ੍ਰੋਗਰਾਮ ਤੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਸਮਝ ਲੈ ਕੇ ਆ ਰਹੇ ਹੋ। ਧੰਨਵਾਦ ਜੀ। ਭੈਣ ਜੀ ਮੈਂ ਇਹੋ ਕਹਿਣਾ ਚਾਹੁੰਦਾ ਕਿ ਘਰ ਦੇ ਵਿੱਚ ਅਸੀਂ ਜਦੋਂ ਆਪਾਂ ਕਹਿੰਦੇ ਬੱਚੇ ਸਾਡੇ ਪੰਜਾਬੀ ਨਹੀਂ ਬੋਲਦੇ, ਕੁਝ ਨਹੀਂ ਬੋਲਦੇ, ਅਸੀਂ ਘਰ ਦੇ ਵਿੱਚ ਬੀਬੀਆਂ ਗੁਰਦੁਆਰੇ ਬੈਠਣ ਦੇਖੀ ਦੀਆਂ ਅਸੀਂ ਜੀ। ਭਾਈ ਸਾਹਿਬ ਜੀ ਤੁਸੀਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਨੂੰ ਬੰਦ ਕਰ ਦਿਓ, ਕਿਉਂਕਿ ਤੁਸੀਂ ਡਾਇਰੈਕਟ ਮੇਰੇ ਨਾਲ ਫੋਨ ਤੇ ਗੱਲ ਕਰ ਰਹੇ ਹੋ। ਓਕੇ, ਫੋਨ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ। ਮੈਂ ਮਾਫੀ ਚਾਹੁੰਦੀ ਹਾਂ ਭਾਈ ਸਾਹਿਬ ਮਹਿੰਦਰ ਸਿੰਘ ਜੀ। ਆਪ ਜੀ ਮੇਰੇ ਖਿਆਲ ਦੇ ਵਿੱਚ ਸੁਨੇਹਾ ਇਹ ਦੇਣਾ ਚਾਹੁੰਦੇ ਸੀਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਪੰਜਾਬੀ ਬੋਲੋ, ਔਰ ਪੇਰੈਂਟਸ ਜਿਹੜੇ ਨੇ ਖੁਦ ਗੁਰੂ ਘਰ ਦੇ ਵਿੱਚ ਜਾ ਕੇ, ਗੁਰਦੁਆਰੇ ਦੇ ਵਿੱਚ ਬੈਠ ਕੇ ਉਹ ਇੰਗਲਿਸ਼ ਦੇ ਵਿੱਚ ਗੱਲਾਂ ਕਰਦੇ ਨੇ। ਸੋ ਮੇਰੇ ਖਿਆਲ ਦੇ ਵਿੱਚ ਦੋਨੋਂ ਹੀ ਭਾਸ਼ਾਵਾਂ ਬਹੁਤ ਹੀ ਲੋੜੀਂਦੀਆਂ ਨੇ ਸਾਨੂੰ, ਕਿਉਂਕਿ ਜਿਸ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ ਅਸੀਂ ਉਹ ਵੀ ਬੋਲਣੀ ਜ਼ਰੂਰੀ ਹੈ। ਪਰ ਫਿਰ ਵੀ
ਬਿਲਕੁਲ ਜਿਵੇਂ ਕਿ ਤੁਹਾਡੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਉਸ ਦੇ ਵਿੱਚ ਵੀ ਦਮ ਹੈ ਕਿ ਜ਼ਰੂਰ ਜੇ ਅਸੀਂ ਪੰਜਾਬੀ ਬੋਲਾਂਗੇ ਸਾਡੇ ਬੱਚੇ ਵੀ ਜ਼ਰੂਰ ਪੰਜਾਬੀ ਬੋਲਣਗੇ, ਅਸੀਂ ਉਹਨਾਂ ਨੂੰ ਉਸ ਲੀਹ ਤੇ ਪਾ ਸਕਦੇ ਹਾਂ ਜਿਸ ਦੇ ਉੱਪਰ ਅਸੀਂ ਉਹਨਾਂ ਨੂੰ ਪਾਉਣਾ ਚਾਹੁੰਦੇ ਹਾਂ। ਸੋ ਕੋਸ਼ਿਸ਼ ਕਰੀਏ ਕਿ ਘਰ ਦੇ ਵਿੱਚ ਬੱਚਿਆਂ ਦੇ ਨਾਲ ਜਿੰਨੀ ਪੰਜਾਬੀ ਬੋਲੀ ਜਾ ਸਕੇ ਜ਼ਰੂਰ ਬੋਲੀਏ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਹੋ ਭਾਈ ਸਾਹਿਬ ਜੀ? ਕਿਹੜੀ ਜੀ? ਮੈਂ ਰਘਵੀਰ ਸਿੰਘ ਬੋਲਦਾ ਵਾਲਸਲ ਤੋਂ। ਆਪ ਜੀ ਨੂੰ ਜੀ ਆਇਆਂ ਭਾਈ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਤੇ। ਹਾਂਜੀ, ਮੈਂ ਤੁਹਾਨੂੰ ਮਤਲਬ ਸ਼ਾਬਾਸ਼ ਦੇਣਾ ਚਾਹੁੰਦਾ ਜੋ ਤੁਸੀਂ ਪ੍ਰੋਗਰਾਮ ਇਹ ਕਰ ਰਹੇ ਹੋ। ਧੰਨਵਾਦ ਭਾਜੀ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਅੱਜ ਦਾ ਟੌਪਿਕ ਚੁੱਪ ਦੇ ਬਾਰੇ ਆ। ਜੀ ਜੀ ਜੀ। ਉੱਥੇ ਚੁੱਪ ਬਹੁਤ ਚੰਗੀ ਆ ਜੇ ਕਿਸੇ ਦੀ ਜਾਨ ਬਚਦੀ ਹੈ ਜਾਂ ਕਿਸੇ ਦਾ ਭਲਾ ਹੁੰਦਾ ਹੈ ਤੇ ਉੱਥੇ ਚੁੱਪ ਰਹਿਣਾ ਗਲਤ ਆ ਜੇ ਕਿਸੇ ਲਈ ਅਸੀਂ ਮਤਲਬ ਜਾਂ ਕੌਮ ਦੀ ਗੱਲ ਆ ਜਾਂ ਕਿਸੇ ਹੱਕ ਦੀ ਗੱਲ ਆ, ਉੱਥੇ ਅਸੀਂ ਜੇ ਚੁੱਪ ਕਰ ਜਾਂਦੇ ਆ ਉੱਥੇ ਅਸੀਂ ਉਹ ਕਮਜ਼ੋਰੀ ਆ। ਬਿਲਕੁਲ, ਹਾਂਜੀ ਹਾਂਜੀ। ਤੇ ਮੈਂ ਇੰਨੇ ਇਹ ਸ਼ਬਦ ਕਹਿਣੇ ਸੀ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ। ਤੇ ਇਦਾਂ ਹੀ ਡਟੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੇਰੇ ਵੀਰ ਜੀ ਰਘਵੀਰ ਸਿੰਘ ਜੀ ਵਾਲਸਲ ਤੋਂ ਆਪ ਜੀ ਦੇ ਅਸੀਂ ਧੰਨਵਾਦੀ ਹਾਂ। ਔਰ ਉਹਨਾਂ ਨੇ ਬਹੁਤ ਹੀ ਵਧੀਆ ਕਿਹਾ ਕਿ ਜਿੱਥੇ ਜ਼ਰੂਰਤ ਹੈ ਉੱਥੇ ਜ਼ਰੂਰ ਬੋਲਣਾ ਚਾਹੀਦਾ ਹੈ। ਜਿੱਥੇ ਅਸੀਂ ਨਹੀਂ ਬੋਲਦੇ, ਜਿੱਥੇ ਜ਼ਰੂਰਤ ਹੈਗੀ ਔਰ ਅਸੀਂ ਨਹੀਂ ਬੋਲਦੇ, ਉਹ ਸਾਡੀ ਕਮਜ਼ੋਰੀ ਹੈ। ਸੋ ਆਪਾਂ ਬਿਲਕੁਲ ਕਮਜ਼ੋਰ ਨਹੀਂ ਹੋਣਾ ਹੈ। ਸੋ ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਕਿਹਾ, ਜਦੋਂ ਪੰਥ ਦੀ ਗੱਲ ਆਵੇ, ਜਦੋਂ ਹੱਕਾਂ ਦੀ ਗੱਲ ਆਵੇ, ਉਸ ਵੇਲੇ ਸਾਡਾ ਜਿਹੜਾ ਬੋਲਣਾ ਹੈ, ਸਾਡੀ ਆਵਾਜ਼ ਜਿਹੜੀ ਬੁਲੰਦ ਕਰਨੀ ਹੈ, ਉਹ ਬਹੁਤ ਹੀ ਲੋੜੀਂਦੀ ਹੈ। ਔਰ ਉਸ ਦੇ ਲਈ ਆਪਾਂ ਜ਼ਰੂਰ ਤਿਆਰ ਬਰ ਤਿਆਰ ਰਹਿਣਾ ਹੈ, ਬੋਲਣ ਲਈ ਵੀ ਤੇ ਅਗਾਂਹ ਵਧਣ ਲਈ ਵੀ। ਤੇ ਜਿੱਥੇ ਜ਼ਰੂਰਤ ਪਵੇ ਉੱਥੇ ਤੁਸੀਂ ਸਮਝ ਕੇ ਮੈਂ ਕੀ ਕਹਿਣਾ ਚਾਹੁੰਦੀ ਸੀ। ਨਹੀਂ, ਬਿਲਕੁਲ ਮੇਰੇ ਪਰਿਵਾਰ ਦੇ ਮੈਂਬਰ ਸਮਝ ਕੇ ਮੈਂ ਕੀ ਕਹਿਣਾ ਚਾਹੁੰਦੀ ਸੀ ਕਿ ਦਰ ਪਰ ਤਿਆਰ ਜਿਹੜਾ ਆਪਾਂ ਨੂੰ ਪ੍ਰੋਪਰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਜਿੱਥੇ ਆਪਣੇ ਪੰਥ ਦੀ, ਕਿਉਂਕਿ ਭਾਈ ਸਾਹਿਬ ਉਹਨਾਂ ਨੇ ਪੰਥ ਦੀ ਗੱਲ ਕੀਤੀ ਹੈ, ਸੋ ਪੰਥ ਦੀ ਜਦੋਂ ਗੱਲ ਕਰੀਏ ਤਾਂ ਉਸ ਦੇ ਲਈ ਸਾਨੂੰ ਜ਼ਰੂਰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਕੋਲ ਅਗਲੇ ਕਾਲਰ ਆ ਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਆਪ ਜੀ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ? ਮੈਂ ਨਾ ਦਵਿੰਦਰ ਸਿੰਘ ਬੋਲ ਰਿਹਾ ਆਪਣੇ ਲੈਸਟਰ ਦੇ ਸ਼ਹਿਰ ਤੋਂ। ਹਾਂਜੀ ਭਾਈ ਸਾਹਿਬ ਜੀ, ਆਪ ਜੀ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਤੇ। ਥੈਂਕ ਯੂ ਭੈਣ ਜੀ। ਪਹਿਲਾਂ ਤੁਸੀਂ ਪ੍ਰੋਗਰਾਮ ਜਿਹੜਾ ਕਰ ਰਹੇ, ਬੜਾ ਸੋਹਣਾ ਪ੍ਰੋਗਰਾਮ ਕਰ ਰਹੇ, ਬੜੀ ਚੰਗੀ ਟੌਪਿਕ ਕਰ ਰਹੇ ਆ। ਧੰਨਵਾਦ ਭਾਜੀ। ਨਾਲ ਨਾ ਮੈਂ ਹੁਣ ਆਪਣੀ ਚੀਜ਼ ਲਿੰਕ ਕਰਨ ਲੱਗਾ ਜੀ। ਤੁਸੀਂ ਸਿੱਖ ਚੈਨਲ ਤੇ ਆਪਣੀ ਐਡ ਰਨ ਕਰ ਰਹੇ ਆ। ਜੀ ਜੀ। ਲੈਸਟਰ ਦਾ ਇੱਕ ਲੜਕਾ ਹੈਗਾ, ਨੌਜਵਾਨ ਮੁੰਡਾ ਅਮਰੀਕ ਸਿੰਘ ਬਸਰਾ ਜੀ, ਤੇ ਉਹਨੂੰ ਇਸ ਵੇਲੇ ਜਿਹੜਾ ਖੂਨ ਦੀ ਖਰਾਬੀ ਹੈਗੀ ਹੈ ਤੇ ਤੁਹਾਡੇ ਚੈਨਲ ਵੱਲੋਂ ਅਪੀਲ ਹੋ ਰਹੀ ਹੈ ਜੀ ਕਿ ਉਹਦੀ ਜਾਣੀ ਕਿ ਮਦਦ ਕੀਤੀ ਜਾਵੇ ਨਾ। ਜੀ ਜੀ। ਤੇ ਉਹਦੇ ਸੰਬੰਧ ਵਿੱਚ ਮੈਂ ਤਾਂ ਹੀ ਦੱਸਣਾ ਸੀਗਾ ਕਿ ਕੱਲ ਲੈਸਟਰ ਦੇ ਸ਼ਹਿਰ ਦੇ ਵਿੱਚ ਸੰਡੇ ਜਾਣੀ ਕਿ 11 ਤਰੀਕ ਨੂੰ ਐਤਵਾਰ ਨੂੰ ਆਪਣੀ ਲੈਸਟਰ ਗੁਰਦੁਆਰਾ ਹੈਗਾ ਗੁਰੂ ਤੇਗ ਬਹਾਦਰ ਗੁਰਦੁਆਰਾ, ਉਸ ਗੁਰਦੁਆਰੇ ਦੇ ਵਿੱਚ ਇੱਕ ਕੈਂਪ ਲੱਗ ਰਿਹਾ ਹੈ। ਉਸ ਕੈਂਪ ਵਿੱਚ ਸਾਰਿਆਂ ਨੂੰ ਮੌਕਾ ਮਿਲ ਰਿਹਾ ਕਿ ਜਾਣੀ ਕਿ ਨਾ ਉਹਦੇ ਰਾਹੀਂ ਮੁੰਡੇ ਦਾ ਵੀ ਭਲਾ ਹੋ ਜਾਵੇ ਤੇ ਨਾਲੇ ਸਰਬੱਤ ਦਾ ਵੀ ਭਲਾ ਹੋ ਜਾਵੇ। ਉਹ ਕਿਸ ਤਰੀਕੇ ਨਾਲ ਉਹ ਮੁੰਡੇ ਨੂੰ ਖੂਨ ਦੀ ਖਰਾਬੀ ਹੈਗੀ ਹੈ ਤੇ ਉਹਦਾ ਖੂਨ ਠੀਕ ਨਹੀਂ ਸਹੀ ਬਣ ਰਿਹਾ, ਪਰ ਆਪਣੇ ਵਿੱਚ ਹੋ ਸਕਦਾ ਕਿ ਕੋਈ ਸੱਜਣ ਹੋਵੇ ਜਿਹੜਾ ਖੂਨ ਦੇ ਨਾਲ ਨਾ ਮੈਚ ਹੋ ਜਾਵੇ। ਜੀ ਜੀ। ਉਹਦੇ ਰਾਹੀਂ ਆਪਾਂ ਉਹਦੀ ਕੁਝ ਸੇਵਾ ਕਰ ਸਕਦੇ ਹਾਂ, ਉਹਦੇ ਪਰਿਵਾਰ ਦੀ ਮਦਦ ਕਰ ਸਕਦੇ ਹਾਂ। ਤੇ ਜਿੰਨੇ ਗੁਰਦੁਆਰੇ ਹੈਗੇ ਹੁਣ ਆਪਣੇ ਸਾਡੇ ਲੈਸਟਰ ਵਿੱਚ ਗੁਰੂ ਨਾਨਕ ਗੁਰਦੁਆਰਾ, ਰਾਮਗੜੀਆ ਗੁਰਦੁਆਰਾ ਹੈਗਾ ਜੀ, ਸਾਡੇ ਜਿਪਸਲੀ ਤੇ ਦਸ਼ਮੇਸ਼ ਗੁਰਦੁਆਰਾ ਹੈਗਾ ਜੀ, ਸਾਰੇ ਗੁਰਦੁਆਰੇ ਦਾ ਰਲ ਕੇ ਪੰਥ ਪ੍ਰਕਾਸ਼ ਗੁਰਦੁਆਰਾ ਹੈਗਾ, ਉਹ ਕੋਸ਼ਿਸ਼ ਕਰ ਰਿਹਾ ਕਿ ਆਹ ਪੰਜਾਬੀ ਮੁੰਡਾ ਅਮਰੀਕ ਸਿੰਘ ਬਸਰਾ ਜਿਹਦੇ ਧਰਮ ਪਤਨੀ ਤੇ ਨਾਲੇ ਉਹਦੀ 2 ਬੇਟੀਆਂ ਹੈਗੀਆਂ, ਇਹਦੇ ਲਈ ਕੁਛ ਨਾ ਕੁਛ ਕੀਤਾ ਜਾਵੇ। ਬਿਲਕੁਲ ਭਾਈ ਸਾਹਿਬ ਜੀ। ਹਾਂਜੀ ਸੌਰੀ, ਮੈਨੂੰ ਤੁਸੀਂ ਇੱਕ ਵਾਰ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਟਾਈਮਿੰਗ ਜ਼ਰੂਰ ਦੱਸ ਦਿਓ ਕਿ ਈਸਟ ਪਾਕ ਗੁਰਦੁਆਰੇ ਜਿਹੜਾ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟੈਸਟ ਹੋ ਰਿਹਾ? ਪ੍ਰੋਗਰਾਮ ਹੈਗਾ ਆਪਣੇ 11 ਦਸੰਬਰ ਐਤਵਾਰ ਨੂੰ ਜਾਣੀ ਕਿ ਕੱਲ ਦੀ ਦਿਹਾੜੀ ਜੀ। ਤੇ ਉੱਥੇ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਨਾ ਕੈਂਪ ਲੱਗੇਗਾ। ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਤੇ ਜਿਹਨੇ ਆਪਣੇ 18 ਤੋਂ 40 ਸਾਲ ਦੀ ਉਮਰ ਦੇ ਭੈਣਾਂ, ਬੀਬੀਆਂ, ਸਾਡੇ ਹੋਰ ਵੀਰ ਭਰਾ ਬੱਚੇ ਹੈਗੇ ਜਿਹੜੇ ਉਸ ਉਮਰ ਦੇ ਹੈਗੇ, ਜ਼ਰੂਰ ਹੁਮਾ ਕੇ ਪਹੁੰਚੇ। ਫਿਰ ਆਪਾਂ ਸਾਰੇ ਰਲ ਕੇ ਜਿੱਦਾਂ ਆਪਾਂ ਦੇਖੋ ਅਰਦਾਸ ਚ ਮੇਰਾ ਕਹੀਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਇਸ ਮੁੰਡੇ ਦੀ ਮਦਦ ਕਰਨ ਦੇ ਨਾਲ ਨਾ ਹੋ ਸਕਦਾ ਕਿ ਆਪਾਂ ਨੂੰ ਵੀ ਕਿਸੇ ਨੂੰ ਹੈਲਪ ਹੋ ਜਾਵੇ, ਜੋ ਕਿਸੇ ਆਪਾਂ ਨੂੰ ਵੀ ਕੋਈ ਚੀਜ਼ ਦੀ ਲੋੜ ਪਈ ਤੇ ਹੋ ਸਕਦਾ ਉੱਥੇ ਬੈਂਕ ਦੇ ਵਿੱਚ ਨਾ ਕਿਸੇ ਦਾ ਖੂਨ ਦਾ ਸੈਂਪਲ ਪਿਆ ਹੋਵੇ ਜਿਹੜੇ ਆਪਣੇ ਨਾਲ ਵੀ ਮੈਚ ਹੋ ਜਾਵੇ। 5 ਸਾਲਾਂ ਨੂੰ, 6 ਸਾਲਾਂ ਨੂੰ, 2 ਸਾਲਾਂ ਨੂੰ ਆਪਣਾ ਵੀ ਪਤਾ ਹੋ ਸਕਦਾ। ਪਰ ਆਹ ਹੁਣ ਆਪਾਂ ਨੂੰ ਬਹੁਤ ਸੋਹਣਾ ਸੁਨਹਿਰੀ ਮੌਕਾ ਮਿਲਿਆ ਜਿਹਦੇ ਰਾਹੀਂ ਆਪਾਂ ਰਲ ਕੇ ਕੁਛ ਕੌਮ ਦੀ ਵੀ ਸੇਵਾ ਕਰ ਸਕਦੇ ਹਾਂ, ਇਸ ਪਰਿਵਾਰ ਦੀ ਵੀ ਸੇਵਾ ਕਰ ਸਕਦੇ ਹਾਂ ਤੇ ਨਾਲੇ ਇਨਸਾਨੀਅਤ ਤੌਰ ਤੇ ਆਪਣੇ ਹੋਰ ਫਰਜ਼ ਵੀ ਆਪਾਂ
ਜਿਹੜੇ ਹੈਗੇ ਉਹ ਪੂਰੇ ਨਿਭਾ ਸਕਦੇ ਆ। ਬਿਲਕੁਲ ਭਾਈ ਸਾਹਿਬ ਜੀ, ਤੁਸੀਂ ਇੱਕ ਵਾਰ ਮੈਨੂੰ ਇੱਥੇ ਇਹ ਵੀ ਕਲੈਰੀਫਾਈ ਕਰ ਦਿਓ ਕਿ ਜਿਹੜਾ ਟੈਸਟ ਹੈ ਉਹ ਬਲੱਡ ਦਾ ਟੈਸਟ ਹੋ ਰਿਹਾ ਜਾਂ ਕੋਈ ਹੋਰ ਟੈਸਟ ਹੋ ਰਿਹਾ? ਇਹ ਕੱਲ ਤੇ ਬਹੁਤ ਸੋਹਣਾ ਜਾਨੀ ਕਿ ਸਖਾਲਾ ਹੀ ਕੰਮ ਹੈਗਾ। ਕੱਲ ਤੇ ਉਹਨਾਂ ਨੇ ਇਕੱਲਾ ਜਿਹੜਾ ਥੁੱਕ ਦਾ ਸੈਂਪਲ ਹੁੰਦਾ ਨਾ ਉਹੀ ਲੈਣਾ। ਬਿਲਕੁਲ, ਹਾਂਜੀ। ਥੁੱਕ ਦਾ ਸੈਂਪਲ ਲੈ ਕੇ ਤੇ ਜਿਹੜੇ ਆਪਣੇ ਹੋਣਗੇ ਉਹਨਾਂ ਦਾ ਨਾਮ ਤੇ ਐਡਰੈਸ ਲੈਣਗੇ ਸੋ ਦੈਟ ਉਹਨਾਂ ਨੂੰ ਪਤਾ ਲੱਗ ਜਾਊ ਕਿ ਇਹ ਸੈਂਪਲ ਨਾ ਕਿਹਨਾਂ ਵੱਲੋਂ ਆਇਆ ਆ। ਉਸ ਤੋਂ ਬਾਅਦ ਤਕਰੀਬਨ 2 ਹਫ਼ਤਿਆਂ ਬਾਅਦ ਉਹ ਜਿਸ ਕਿਸ ਦਾ ਮੈਚ ਹੋਇਆ, ਜੇ ਬਾਬੇ ਨੇ ਮਿਹਰ ਕੀਤੀ ਕਿਸ ਦਾ ਚਲੋ ਮੈਚ ਹੋਏਗਾ, ਫਿਰ ਥੋੜਾ ਜਿਹਾ ਉਹ ਰੈਡ ਕਲਿਕ ਖੂਨ ਦਾ ਸੈਂਪਲ ਲੈਂਦੇ, ਦੇਖਣ ਕਿ ਖੂਨ ਵੀ ਸਭ ਠੀਕ ਹੈਗਾ, ਸਾਫ਼ ਹੈਗਾ, ਕੋਈ ਬਿਮਾਰੀ ਨਹੀਂ ਹੈਗੀ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਉਹ ਇੰਜੈਕਸ਼ਨ ਲਾਉਂਦੇ ਆ ਤੇ ਉਹ ਇੰਜੈਕਸ਼ਨ ਲਾ ਕੇ ਨਾ ਜਿਹੜਾ ਆਪਣੇ ਸਰੀਰ 'ਚ ਨੋਰਮਲੀ ਉਹ ਚੀਜ਼ ਹੁੰਦੀ ਹੈ ਉਹਦੀ ਥੋੜੀ ਗਿਣਤੀ ਹੋਰ ਵੱਧ ਜਾਂਦੀ ਹੈ ਤੇ ਫਿਰ ਉਹ ਖੂਨ ਥੋੜਾ ਕੱਢ ਕੇ ਤੇ ਜਿਹੜਾ ਆਪਣਾ ਵਿਅਕਤੀ ਹੈ, ਜਿਹੜਾ ਆਪਣਾ ਮਰੀਜ਼ ਹੈਗਾ ਉਹਨੂੰ ਦਿੰਦੇ ਆ। ਉਹਦੇ ਨਾਲ ਨਾ ਕਿਸੇ ਦੀ ਕਹਿ ਲਓ ਆਪਣੀ ਉਮਰ ਜਾਂ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਹੈ ਨਾ ਬਹੁਤ। ਹਾਂਜੀ, ਜ਼ਿੰਦਗੀ ਬਚਾਉਣ ਤੇ ਚਲੋ ਹੁਣ ਆਪਣਾ ਖਾਸ ਜਿਹੜਾ ਮਸਲਾ ਹੈਗਾ ਨਾਲੇ ਮਕਸਦ ਹੈਗਾ। ਸੋ ਉਹਦੇ ਕਰਕੇ ਆਹ ਜਿਹੜਾ ਕੈਂਪੇਨ ਹੈਗਾ ਸਾਨੂੰ ਪਤਾ ਲੱਗਿਆ ਕਿ ਸਿੱਖ ਚੈਨਲ ਵਾਲੇ ਜਾਣ ਕੇ ਕਹਿੰਦੇ ਕਿ ਅਸੀਂ ਨੇਸ਼ਨ ਵਾਈਡ ਲੈ ਕੇ ਜਾਵਾਂਗੇ। ਚਲੋ ਇਸ ਵੇਲੇ ਲੈਫਟ ਦੇ ਸ਼ਹਿਰ 'ਚ ਹੀ ਹੋ ਰਿਹਾ, ਪਰ ਏਦਾਂ ਜਦੋਂ ਆਪਾਂ ਸਾਰੇ ਇੱਕ ਦੂਜੇ ਦੀ ਮਦਦ ਕਰਾਂਗੇ ਤੇ ਨਾਲੋਂ ਨਾਲ ਕਿ ਜਿਹੜਾ ਆਪਣਾ ਜਿਹੜਾ ਮੀਡੀਆ ਹੈਗਾ ਉਹਦੀ ਵੀ ਮਦਦ ਹੋ ਜਾਂਦੀ ਹੈ। ਬਿਲਕੁਲ ਜੀ। ਅਮਰਜੀਤ ਕੌਰ ਰਾਣਾ ਹੁਣਾਂ ਨੇ ਬਹੁਤ ਟਾਈਮ ਲਾਇਆ ਇਹਨਾਂ ਕੰਮਾਂ ਦੇ ਵਿੱਚ ਪਿਛਲੇ 15-20 ਸਾਲਾਂ ਦੇ ਵਿੱਚ ਨਾ ਕਿ ਸੰਗਤ ਦੀ ਮਦਦ ਕਰਨ ਲਈ। ਸੋ ਇਹ ਤੇ ਕੰਮ ਸਾਰੇ ਜਾਣਦੇ ਆ ਕਿ ਕਿੱਦਾਂ ਇਹ ਕੰਮ ਹੁੰਦੇ ਆ ਕਿ ਰਲ ਮਿਲ ਕੇ ਆਪਾਂ ਤੋਂ ਬਹੁਤ ਤਰੱਕੀ ਹੋ ਜਾਂਦੀ ਹੈ। ਤੇ ਪਤਾ ਨਹੀਂ ਹੁੰਦਾ ਕਿ ਕੋਈ ਸਾਡਾ ਸਿੱਖ ਭੈਣ ਭਰਾ ਗ੍ਰੀਸ ਬੈਠਾ ਹੋਵੇ, ਕੋਈ ਸਾਡਾ ਮੁਸਲ ਭੈਣ ਭਰਾ ਹੋਰ ਕਿਸੇ ਸ਼ਹਿਰ 'ਚ ਹੋਵੇ ਨਾ, ਆਪਾਂ ਸਾਰੇ ਦੇਖੋ ਇੰਡੀਆ ਤੋਂ ਆਏ ਹੋ, ਪਾਕਿਸਤਾਨ ਤੋਂ ਆਏ ਹੋ, ਆਪਣੇ ਪਿਛਲਾ ਜਿਹੜਾ ਬਚਪਨ ਆਪਣੀ ਜਿਹੜੀ ਪਿਛੋਕੜ ਹੈਗੇ ਨਾ, ਆਪਣੇ ਜਿਹੜੇ ਆਪਣੇ ਜੀਨਸ ਹੈਗੇ ਨਾ ਉਹ ਇੱਕੋ ਹੀ ਹੈ। ਇੱਕੋ ਹੀ ਹੈ, ਬਿਲਕੁਲ। ਹਾਂਜੀ, ਹੈਗੇ ਨਾ। ਪਰ ਕਦੋਂ ਨਹੀਂ ਪਤਾ ਕਿ ਕਿਸ ਦੇ ਬੰਦੇ ਦੇ ਰਾਹੀਂ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਜਾਣਾ। ਸੋ ਉਹਦੇ ਕਰਕੇ ਜਿੰਨੇ ਆਪਣੇ ਵਿਊਅਰਸ ਹੈਗੇ ਨੇ ਜਿਹੜਾ ਤੁਹਾਡਾ ਪ੍ਰੋਗਰਾਮ ਦੇਖਦੇ ਨੇ, ਸਿੱਖ ਚੈਨਲ ਦੇਖਦੇ ਨੇ, ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈਗੀ ਕਿ ਜਿਹੜੇ ਲੈਸਟਰ ਪਹੁੰਚ ਸਕਦੇ ਕੱਲ੍ਹ ਲੈਸਟਰ ਜ਼ਰੂਰ ਪਹੁੰਚਣ ਤੇ ਫਿਰ ਜਿਹੜੇ ਹੋਰਾਂ ਸ਼ਹਿਰਾਂ 'ਚ ਕੈਂਪ ਲੱਗਣਗੇ ਉਹ ਸਿੱਖ ਚੈਨਲ ਦੇ ਰਾਹੀਂ ਸਾਰਿਆਂ ਨੂੰ ਪਤਾ ਲੱਗਦਾ ਰਹੇਗਾ ਨਾ, ਬਿਕਾਜ਼ ਸਿੱਖ ਚੈਨਲ ਬੜੀ ਹਿੰਮਤ ਕਰ ਰਿਹਾ ਇਸ ਵੇਲੇ ਕਿ ਇਸ ਚੀਜ਼ ਦੀ ਜਾਣਕਾਰੀ ਵਧਾਈ ਜਾਵੇ। ਹਾਂਜੀ ਹਾਂਜੀ, ਬਿਲਕੁਲ। ਜਿਵੇਂ ਕਿ ਭਾਈ ਸਾਹਿਬ ਜੀ ਤੁਸੀਂ ਕਿਹਾ ਕਿ ਸਿੱਖ ਚੈਨਲ ਇਸ ਵੇਲੇ ਜਿਹੜਾ ਪ੍ਰੋਮੋ ਹੈ ਉਹ ਲਗਾਤਾਰ ਦਿਖਾ ਰਿਹਾ ਹੈ ਇਸ ਵਾਸਤੇ ਕਿ ਜ਼ਰੂਰ ਜਿਹੜਾ ਹੈ ਕੱਲ੍ਹ ਨੂੰ ਜਿਹੜਾ ਟੈਸਟ ਹੋ ਰਿਹਾ ਹੈ ਉਸ ਦੇ ਵਿੱਚ ਜਿੰਨੇ ਵੀ, ਮੈਂ ਆਪਣੇ ਵੱਲੋਂ ਵੀ ਭੈਣ ਜੀ ਅਮਰਜੀਤ ਕੌਰ ਹੋਣਾ ਵੱਲੋਂ ਵੀ ਇਹ ਆਪ ਸਾਰਿਆਂ ਅੱਗੇ ਬੇਨਤੀ ਕਰਦੀ ਹਾਂ, ਗੁਜ਼ਾਰਿਸ਼ ਕਰਦੀ ਹਾਂ, ਕਿਉਂਕਿ ਅਸੀਂ ਸਿੱਖ ਜਿਹੜੇ ਹਾਂ ਬਹੁਤ ਹੀ ਮੰਨੇ ਗਏ ਹਾਂ ਕਿ ਅਸੀਂ ਹਰ ਕੰਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਾਂ ਔਰ ਅੱਜ ਸਾਡੇ ਇੱਕ ਵੀਰ ਨੂੰ ਸਾਡੀ ਜ਼ਰੂਰਤ ਹੈ। ਸੋ ਆਪਾਂ ਜ਼ਰੂਰ ਰਲ ਮਿਲ ਕੇ ਇਸ ਕੰਮ ਦੇ ਵਿੱਚ ਵੀ ਆਪਣਾ ਹਿੱਸਾ ਪਾਈਏ, ਆਪਣਾ ਸਹਿਯੋਗ ਦਈਏ। ਜਿੰਨਾ ਵੀ ਸਾਡੇ ਵੀਰ ਜੀ ਰਿਕ ਬਸਰਾ ਹੋਣਾ ਨੂੰ ਜ਼ਰੂਰਤ ਹੈਗੀ ਹੈ ਔਰ ਅਸੀਂ ਸਿਰਫ ਅੱਜ ਰਿਕ ਬਸਰਾ ਭਾਈ ਸਾਹਿਬ ਹੋਣਾ ਦੀ ਗੱਲ ਕਰ ਰਹੇ ਹਾਂ, ਸਾਨੂੰ ਨਹੀਂ ਪਤਾ ਕਿ ਹੋਰ ਕਿੰਨੇ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ, ਕਿੰਨੇ ਭੈਣ ਭਰਾ ਹੋਣਗੇ ਜਿਹੜੇ ਕਿ ਉਹ ਸੇਮ ਇਸੇ ਹੀ ਬਿਮਾਰੀ ਤੋਂ ਸਫਰ ਕਰ ਰਹੇ ਨੇ ਪਰ ਉਹਨਾਂ ਨੂੰ ਆਵਾਜ਼ ਚੁੱਕਣ ਵਾਲਾ ਹਾਲੇ ਤੱਕ ਕੋਈ ਨਹੀਂ ਹੈ। ਸੋ ਮੈਂ ਭਾਈ ਸਾਹਿਬ ਦਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਚੀਜ਼ ਨੂੰ ਰਲ ਮਿਲ ਕੇ ਹਾਈਲਾਈਟ ਕਰ ਰਹੇ ਹੋ ਸਾਡੀ ਕਮਿਊਨਿਟੀ ਦੇ ਵਿੱਚ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਕਿ ਅਸੀਂ ਕਿਸੇ ਦੀ ਜਾਨ ਬਚਾ ਸਕੀਏ। ਬਚਾ ਸਕਦੇ। ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਅਮਰਜੀਤ ਕੌਰ ਤੇ ਜਿੰਨੇ ਤੁਹਾਡੇ ਸਾਰੇ ਵਿਊਅਰਸ ਹੈਗੇ ਸਾਰੇ ਇੰਗਲੈਂਡ ਦੇ ਵਿੱਚ ਤੇ ਯੂਰਪ ਦੇ ਵਿੱਚ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਦਵਿੰਦਰ ਸਿੰਘ ਜੀ ਲੈਸਟਰ ਤੋਂ ਔਰ ਭਾਈ ਸਾਹਿਬ ਜੀ ਹੋਣੀ ਅੱਜ ਅਪੀਲ ਕਰ ਰਹੇ ਸੀਗੇ ਕਿ ਬੋਨ ਮੈਰੋ ਜਿਹੜਾ ਹੈ ਉਹਦੀ ਟ੍ਰਾਂਸਪਲਾਂਟ ਦੇ ਗੱਲ ਕਰ ਰਹੇ ਸੀਗੇ ਕਿਉਂਕਿ ਸਾਡੇ ਵੀਰ ਜੀ ਰਿਕ ਬਸਰਾ ਜੀ ਥੋੜ੍ਹੇ ਜਿਹੇ ਠੀਕ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਹੈ ਔਰ ਭਾਈ ਸਾਹਿਬ ਜੀ ਉਹਨਾਂ ਨੇ ਬਹੁਤ ਹੀ ਸਿੰਪਲ ਜਿਹਾ ਦੱਸਿਆ ਹੈ ਕਿ ਕੱਲ੍ਹ ਈਸਟ ਪਾਰਕ ਗੁਰਦੁਆਰੇ ਦੇ ਵਿੱਚ ਲੈਸਟਰ ਦੇ ਵਿੱਚ ਜਿਹੜਾ ਹੈ ਉਸ ਦਾ ਟੈਸਟ ਹੋ ਰਿਹਾ ਹੈ। ਕੁਝ ਤੁਸੀਂ ਨਹੀਂ ਕਰਨਾ, ਜਾ ਕੇ 18 ਤੋਂ 40 ਸਾਲ ਤੱਕ ਦੀ ਜੇ ਤੁਹਾਡੀ ਉਮਰ ਹੈ ਤੁਸੀਂ ਗੁਰੂ ਘਰ ਜਾਓ, ਜਾ ਕੇ ਉੱਥੇ ਉਹਨਾਂ ਨੇ ਇੱਕ ਤੁਹਾਡੇ ਕੋਲੋਂ ਥੁੱਕ ਦਾ ਟੈਸਟ ਲੈਣਾ ਹੈ। ਉਸ ਟੈਸਟ ਦੇ ਵਿੱਚ ਤੁਹਾਡਾ ਜੇ ਉਹਨਾਂ ਦੇ ਨਾਲ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੈਚ ਕਰਨੀਆਂ ਨੇ, ਜੋ ਮੈਚ ਕਰ ਗਈਆਂ ਫਿਰ ਉਹ ਤੁਹਾਨੂੰ ਕੰਟੈਕਟ ਕਰਨਗੇ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਬਲੱਡ ਟੈਸਟ ਹੋਵੇਗਾ ਔਰ ਇਹ ਪ੍ਰੋਸੀਜਰ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਸ ਅਪੀਲ ਦੇ ਵਿੱਚ ਹਿੱਸਾ ਪਾਇਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਤਾਂ ਸ਼ਾਇਦ ਮੇਰੇ ਵੀਰ ਜੀ ਜਿਹੜੇ ਨੇ ਉਹ ਬਹੁਤ ਹੀ ਜਲਦੀ ਠੀਕ ਹੋ ਜਾਣਗੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ, ਮੇਰਾ ਨਾਮ ਬਲਜਿੰਦਰ ਸਿੰਘ ਗੋਲਡੀ, ਇਟਲੀ ਬਵਲਿਨ ਤੋਂ ਬੋਲ ਰਿਹਾ। ਆਪ ਜੀ ਨੂੰ ਜੀ ਆਇਆਂ ਭਾਈ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਤੇ। ਬਹੁਤ ਵਧੀਆ ਜੀ, ਤੁਹਾਡਾ ਟੌਪਿਕ ਹੀ ਚੱਲ ਰਿਹਾ ਤੇ ਜੋ ਮੇਰੇ ਭਾਈ ਸਾਹਿਬ ਨੇ ਆ ਬੇਨਤੀ ਕੀਤੀ ਕਿ ਬਲੱਡ ਦੀ, ਹਾਂਜੀ
ਤੇ ਬਿਰਤੀ ਨਾ ਜਾਵੀ ਜਨ ਕੀ ਅਰਦਾਸ, ਅਸੀਂ ਸਾਰਾ ਰਲ ਕੇ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਨੂੰ ਜ਼ਿੰਦਗੀ ਬਖਸ਼ੇ, ਸਹੀ ਤਰੀਕੇ ਨਾਲ ਚੱਲੇ। ਤੇ ਫਿਰ ਵੀ ਇਹ ਸਾਡੇ ਇਤਿਹਾਸ ਦੁਹਰਾਉਂਦਾ ਹੈ ਕਿ ਅਸੀਂ ਨਾ ਜਦੋਂ ਵੀ ਕੋਈ ਕਿਸੇ ਤੇ ਵਿਪਤਾ ਪਈ ਹੈ, ਸਿੱਖ ਨੇ ਉਹਨੂੰ ਜਾ ਕੇ ਬਚਾਇਆ ਜੀ। ਜਦੋਂ ਵੀ ਜਰਵਾਣੇ ਜਾਂ ਕਿਸੇ ਧੀਆਂ ਭੈਣਾਂ ਚੁੱਕ ਕੇ ਲੈ ਕੇ ਉਹਨੂੰ ਛੁਡਾ ਕੇ ਸਿੱਖਾਂ ਨੇ ਘਰ ਘਰ ਪਹੁੰਚਾਈਆਂ। ਤੇ ਆਪਾਂ ਕਿਰਪਾ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਤੇ ਬਲੱਡ ਦਾ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ, ਚਲੋ ਇਹਨਾਂ ਨੇ ਬੇਨਤੀ ਕੀਤੀ ਹੈ ਤੇ ਹਰ ਇੱਕ ਦਾ ਸਿੱਖ ਦਾ ਫਰਜ਼ ਬਣਦਾ ਹੈ ਕਿ ਬਲੱਡ ਦਾ ਟੈਸਟ ਕਰਾ ਵਿੱਚ ਜਾ ਕੇ ਖੂਨਦਾਨ ਕਰਨਾ ਚਾਹੀਦਾ ਜੀ। ਜ਼ਰੂਰ ਜ਼ਰੂਰ। ਹਾਂਜੀ, ਇੱਕ ਜਿਹੜਾ ਤੁਹਾਡਾ ਟੌਪਿਕ ਹੈ ਕਿ ਬੱਚੇ ਅੱਜ ਕੱਲ ਇੱਕ ਦੂਜੇ ਅੱਗੇ ਜਾਂ ਬੋਲਣਾ ਚੁੱਪ ਭਲੀ ਜਾਂ ਬਹੁਤਾ ਚੁੱਪ ਵੀ ਚੰਗੀ ਨਹੀਂ ਜੀ, ਉਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਨੇ ਆਖਿਆ ਸੀ ਕਿ ਸਾਡਾ ਜਿਹੜਾ ਘਰ ਦਾ ਰਹਿਣ ਸਹਿਣ, ਬੱਚਿਆਂ ਦਾ ਪਾਲਣ ਪੋਸ਼ਣ, ਇਹ ਇੱਕ ਵਧੀਆ ਕਿ ਆਪਾਂ ਨੂੰ ਜਿੱਦਾਂ ਦੀ ਆਪਾਂ ਬੱਚੇ ਨੂੰ ਸਿਖਾਵਾਂਗੇ ਉਹਨੇ ਉਦਾਂ ਦਾ ਸਿੱਖਣਾ। ਹਾਂਜੀ, ਜਾਂ ਜਿੱਦਾਂ ਦਾ ਬੱਚੇ ਨੂੰ ਆਪਾਂ ਮਾਹੌਲ ਪੇਸ਼ ਕਰਾਂਗੇ ਉਹਨੇ ਉਦਾਂ ਦਾ ਰਹਿਣਾ ਨਾ। ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਘਰ ਦੇ ਵਿੱਚ ਤਹਿਜ਼ੀਬ ਨਾਲ ਰਹੀਏ, ਬੱਚਿਆਂ ਨੂੰ ਬਾਣੀ ਨਾਲ ਜੋੜੀਏ, ਬਾਣੇ ਨਾਲ ਜੋੜੀਏ ਤੇ ਬਹੁਤ ਵਧੀਆ ਹੋਏਗਾ ਆਪਣੀ ਕਮਿਊਨਿਟੀ ਵਾਸਤੇ। ਤੇ ਇੱਕ ਮੈਂ ਬਹੁਤ ਦਿਲ ਨੂੰ ਚੰਗਾ ਲੱਗਿਆ ਕਿ ਮੇਰੇ ਵੀਰ ਜੋ ਆਪਾਂ ਦੂਜੇ ਪੰਜਾਬ ਤੋਂ ਜਿਨ੍ਹਾਂ ਨੇ ਫੋਨ ਲਾਇਆ, ਕਿ ਮੈਂ ਉਹਨਾਂ ਨੂੰ ਮੁਸਲਮਾਨ ਨਹੀਂ ਕਹਿ ਸਕਦਾ, ਸਾਡੇ ਵੀਰ ਨੇ। ਬਿਲਕੁਲ। ਹਾਂਜੀ ਹਾਂਜੀ, ਵਾਲਤਾ ਦੀ ਗੱਲ ਕਰਨੀ ਆ। ਮਹਾਰਾਜ ਨੇ 4 ਦਰਵਾਜ਼ੇ ਰੱਖਣੇ ਹਰਿਮੰਦਰ ਸਾਹਿਬ ਦੇ ਵਿੱਚ, ਕੋਈ ਵੀ ਆ ਸਕਦਾ ਨਾ। ਹਾਂਜੀ ਹਾਂਜੀ ਹਾਂਜੀ। ਤੇ ਸਾਡੇ ਦਿਲ ਨੂੰ ਬਹੁਤ ਚੰਗਾ ਲੱਗਾ ਕਿ ਦੂਜੀ ਕਮਿਊਨਿਟੀ ਵਾਲੇ ਵੀ ਫੋਨ ਕਰਦੇ ਹੋ, ਸਿੱਖ ਚੈਨਲ ਨੂੰ ਦੇਖਦੇ ਨੇ। ਹਾਂਜੀ, ਤੇ ਵਾਹਿਗੁਰੂ ਕਿਰਪਾ ਕਰੇ ਜੀ, ਸਿੱਖ ਚੈਨਲ ਤਰੱਕੀਆਂ 'ਚ ਰਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਬਲਜਿੰਦਰ ਸਿੰਘ ਜੀ ਇਟਲੀ ਤੋਂ। ਆਪ ਜੀ ਦੇ ਅਸੀਂ ਧੰਨਵਾਦੀ ਹਾਂ ਔਰ ਤੁਸੀਂ ਬਹੁਤ ਹੀ ਧੰਨਵਾਦ ਕੀਤਾ ਹੈ ਸਾਡੇ ਵੀਰ ਮੁਹੰਮਦ ਯਾਕੂਬ ਸਾਹਿਬ ਹੋਣਾ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਟੈਲੀਫੋਨ ਕੀਤਾ। ਤੁਹਾਨੂੰ ਵੀ ਬਹੁਤ ਮਾਣ ਫਖਰ ਹੋਇਆ, ਮੈਨੂੰ ਵੀ ਬਹੁਤ ਹੋਇਆ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ। ਓਕੇ, ਆਈ ਥਿੰਕ ਫੋਨ ਕਾਲ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ, ਸੋ ਮਾਫੀ ਚਾਹੁੰਦੇ ਹਾਂ। ਸਾਡੇ ਕੋਲ ਤਕਰੀਬਨ 7-8 ਮਿੰਟ ਰਹਿ ਗਏ ਨੇ। ਜੇ ਤੁਸੀਂ ਅੱਜ ਦੇ ਟੌਪਿਕ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਗੱਲ ਕਰ ਰਹੇ ਹਾਂ ਇੱਕ ਚੁੱਪ ਸੌ ਸੁੱਖ ਦੇ ਬਾਰੇ। ਤੇ ਜ਼ਰੂਰ ਟੈਲੀਫੋਨ ਰਾਹੀਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਆਪਣੀ ਸਾਂਝ ਪਾ ਸਕਦੇ ਹੋ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਬੋਲਦੇ? ਮੇਰਾ ਨਾਮ ਅਵਤਾਰ ਸਿੰਘ ਹੈ ਜੀ, ਲੈਸਟਰ ਤੋਂ ਬੋਲ ਰਿਹਾ ਜੀ। ਆਪ ਜੀ ਨੂੰ ਜੀ ਆਇਆਂ ਭਾਜੀ। ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਆਪ ਜੀ ਨੂੰ ਬਹੁਤ ਬਹੁਤ ਇਸ ਗੱਲ ਦੀ ਮੈਂ ਆਪਣੇ ਵੱਲੋਂ ਖੁਸ਼ੀ ਪ੍ਰਗਟ ਕਰਦਾ। ਧੰਨਵਾਦ ਭਾਜੀ। ਇੱਕ ਚੁੱਪ ਸੌ ਸੁੱਖ ਜੀ। ਸਿਰਫ 2 ਬਚਨ ਆਪ ਜੀ ਨਾਲ ਮੈਂ ਸਾਂਝੇ ਕਰਨੇ ਨੇ ਗੁਰਬਾਣੀ ਦੇ ਆਧਾਰਤ। ਜੀ ਜੀ ਜੀ। ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਜਿੱਥੇ ਵੀ ਉਹ ਵਿਚਰੇ ਜੀ, ਉੱਥੇ ਆਪਣੇ ਬਚਨ, ਗੁਰੂ ਦੇ ਬਚਨ, ਪਰਮੇਸ਼ਰ ਦੀ ਗੱਲ ਉਹਨਾਂ ਨੇ ਸਾਂਝੀ ਕੀਤੀ। ਹਾਂਜੀ, ਉਹਨਾਂ ਦਾ ਹੀ ਬਚਨ ਹੈ, ਜਿੱਤ ਬੋਲਿਆ ਪਤ ਪਾਈ ਹੈ। ਜਿਸ ਬੋਲਣ ਦੇ ਨਾਲ ਇੱਜ਼ਤ ਵਧੇ ਉਹ ਬੋਲ ਬੋਲਣੇ ਚਾਹੀਦੇ ਨੇ ਜੀ। ਜਿਸ ਬੋਲਣ ਦੇ ਨਾਲ ਇੱਜ਼ਤ ਘਟਦੀ ਹੈ ਉਹ ਬੋਲ ਜਿਹੜੇ ਨੇ ਫਿੱਕੇ ਬੋਲ ਨਹੀਂ ਬੋਲਣੇ ਚਾਹੀਦੇ। ਸਤਿਗੁਰੂ ਜੀ ਕਹਿੰਦੇ ਨੇ ਬਾਣੀ ਵਿੱਚ, ਸੰਤ ਮਿਲਿਆ ਕਿਸ ਸੁਣੀਆਂ ਕਹੀ ਹੈ ਜੀ। ਜਿਹੜਾ ਕੋਈ ਗੁਰਮੁਖ ਪਿਆਰਾ ਪਰਮੇਸ਼ਰ ਦੇ ਚਰਨਾਂ ਨਾਲ ਜੋੜਨ ਵਾਲਾ ਮਿਲ ਜਾਏ ਉਹਦੇ ਨਾਲ ਆਪਣੇ ਬਚਨ ਸਾਂਝੇ ਕਰੋ। ਜਿਹੜਾ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਗੁਰਮਤ ਤੋਂ ਸਾਨੂੰ ਤੋੜਦਾ ਹੈ, ਉਹਦੇ ਨਾਲ ਬਚਨ ਜਿਹੜੇ ਨੇ ਆਪਣੇ ਸਾਂਝੇ ਨਹੀਂ ਕਰਨੇ ਚਾਹੀਦੇ। ਸੰਤ ਮਿਲਿਆ ਕਿ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਮਸ਼ਟ ਦਾ ਮਤਲਬ ਹੈ ਚੁੱਪ ਕਰਕੇ ਰਹਿਣਾ ਚਾਹੀਦਾ ਹੈ। ਔਰ ਜ਼ੁਲਮ ਦੇ ਖਿਲਾਫ ਜਿੱਥੇ ਵੀ ਕੋਈ ਗਲਤ ਗੱਲ ਹੁੰਦੀ ਹੋਵੇ ਉਹਦੇ ਖਿਲਾਫ ਜ਼ਰੂਰ ਆਵਾਜ਼ ਜਿਹੜੀ ਹੈ ਚੁੱਕਣੀ ਚਾਹੀਦੀ ਹੈ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦਾ ਜਿੱਦਾਂ ਸ਼ਹੀਦੀ ਦਿਹਾੜਾ ਜਿਹੜਾ ਸੰਗਤਾਂ ਇਸ ਮਹੀਨੇ ਮਨਾ ਰਹੀਆਂ ਨੇ ਜੀ, ਤੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਤੇ ਆਖਿਆ, ਸੱਚ ਕੋ ਮਿਟਾਓਗੇ तो मिटोगे जहान से, डरता नहीं अकाल शहनशाह की शान से, जान दे के औरों की जान बचा लियो। चुप नहीं रहे, बिल्कुल हाँ जी, सच ਦੀ ਆਵਾਜ਼ ਨੂੰ ਸਾਰੇ ਸੰਸਾਰ ਵਿੱਚ ਫੈਲਾਇਆ। ਇਸ ਕਰਕੇ ਇਹ ਦਾਸ ਦੇ ਬਚਨ ਗੁਰਮਤਿ ਅਨੁਸਾਰ ਜਿਹੜੇ ਆਪ ਜੀ ਨੂੰ ਦਿੱਤੇ ਨੇ। ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਅਵਤਾਰ ਸਿੰਘ ਜੀ ਲੈਸਟਰ ਤੋਂ। ਆਪ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਬਹੁਤ ਹੀ ਵਧੀਆ ਤੁਸੀਂ ਗੁਰਬਾਣੀ ਦੇ ਆਧਾਰ ਦੇ ਉੱਪਰ ਜਿਹੜਾ ਸੁਨੇਹਾ ਦੇ ਕੇ ਗਏ ਹੋ ਕਿ ਜਿੱਥੇ ਜ਼ਰੂਰਤ ਹੈ ਸਾਨੂੰ ਆਵਾਜ਼ ਬੁਲੰਦ ਕਰਨ ਦੀ, ਉੱਥੇ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਮੇਰੇ ਪਹਿਲਾਂ ਵੀ ਵੀਰ ਜੀ ਕਹਿ ਕੇ ਗਏ ਨੇ ਕਿ ਜੇ ਅਸੀਂ ਉਸ ਵੇਲੇ ਚੁੱਪ ਰਹਿੰਦੇ ਹਾਂ ਉਹ ਸਾਡੀ ਕਮਜ਼ੋਰੀ ਹੈ। ਸੋ ਅਸੀਂ ਸਾਹਿਬਜ਼ਾਦਿਆਂ ਦੇ ਜਿਹੜੇ ਚੱਲੇ ਹੋਏ ਪੂਰ ਨੇ ਉਹਨਾਂ ਦੇ ਉੱਪਰ ਅਸੀਂ ਵੀ ਚੱਲਣ ਦੀ ਕੋਸ਼ਿਸ਼ ਕਰੀਏ। ਜਿੱਥੇ ਸਾਨੂੰ ਜ਼ਰੂਰਤ ਹੈ ਉੱਥੇ ਜ਼ਰੂਰ ਬੋਲਣਾ ਚਾਹੀਦਾ ਹੈ। ਜਿੱਥੇ ਚੁੱਪ ਰਹਿਣ ਦੇ ਵਿੱਚ ਭਲਾਈ ਹੈ ਉੱਥੇ ਚੁੱਪ ਵੀ ਰਹਿਣਾ
ਆਈ ਥਿੰਕ ਜਾਇਜ਼ ਹੈ। ਕੀ ਕਹਿਣਾ ਚਾਹੁੰਦੇ ਹੋ ਭੈਣ ਜੀ? ਹਾਂਜੀ, ਤੇ ਨਾਲੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਭਾਜੀ ਰਘਵੀਰ ਸੋਹਣਾ ਨੇ ਵੀ ਟੈਲੀਫੋਨ ਕੀਤਾ, ਜਿੱਥੇ ਸੱਚਾਈ ਆ ਉੱਥੇ ਬੋਲਣਾ ਵੀ ਜ਼ਰੂਰ ਚਾਹੀਦਾ। ਭਾਜੀ ਰਘਵੀਰ ਸੋਹਣੀ ਵੀ ਬੜੀ ਕੌਮ ਲਈ ਮਤਲਬ ਬੜੀ ਦੇਣ ਦਿੱਤੀ ਸੀਗੀ, ਤੇ ਇਹ ਜਿੱਦਾਂ 84 ਦੇ ਵਿੱਚ ਹਨਾ ਬਾਅਦ ਵਿੱਚ ਇਹ ਵੀ ਕਾਫੀ ਚਿਰ ਜੇਲ੍ਹ ਵਿੱਚ ਰਹਿ ਕੇ ਆਏ ਆਪਣੇ ਕੌਮ ਦੀ ਖਾਤਰ, ਤੇ ਬੜੀ ਇਹਨੇ ਵੀ ਤਸੀਹੇ ਝੱਲੇ ਆ ਕਈ ਮਹੀਨੇ। ਜਿੱਦਾਂ ਅਸੀਂ ਵੀ ਉੱਥੇ ਜਿੱਦਾਂ ਜਾਂਦੇ ਰਹੇ ਆ, ਇਹਨਾਂ ਦੇ ਕੇਸ ਸੁਣਦੇ ਰਹੇ ਆ, ਤੇ ਬਾਬੇ ਨੇ ਕਿਰਪਾ ਕੀਤੀ, ਇਹਨਾਂ ਨੂੰ ਬਾਹਰ ਲਿਆਂਦਾ ਆ। ਤੇ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਆਪਣੇ ਸਿਆਣੇ ਕਹਿੰਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਬੋਲ ਗੱਲ ਉਹ ਕਹੀਏ ਜਿਹੜੇ ਫੇਰ ਵੀ ਮਿਲਣ ਵਰਤਨ ਜੋਗੇ ਰਹਿ ਜਾਈਏ। ਬਿਲਕੁਲ, ਹਾਂਜੀ ਹਾਂ। ਤੇ ਏਦਾਂ ਕਹਿੰਦੇ ਹੁੰਦੇ ਵਾਲਾ ਏਦਾਂ ਵੀ ਨਾ ਕਰੀਏ ਕਿ ਜਿਹੜਾ ਬੰਦਾ ਆਪਣੇ ਕੋਲੋਂ ਥੁੱਕ ਕੇ ਚੱਲ ਜਾਵੇ, ਏਦਾਂ ਵੀ ਨਾ ਹੋਵੇ ਕਿ ਜਿਹੜਾ ਆਪਾਂ ਨੂੰ ਚੱਟ ਕੇ ਚਲਾ ਜਾਵੇ। ਬਿਲਕੁਲ, ਬਹੁਤ ਵਧੀਆ ਗੱਲ ਕੀ ਹੈ। ਹਾਂਜੀ, ਕਿ ਇੰਨੇ ਵੀ ਮਿੱਠੇ ਨਾ ਹੋ ਜਾਵੋ ਕਿ ਆਪ ਨੂੰ ਬਿਲਕੁਲ ਹੀ ਕੋਈ ਲੰਘਦਾ ਖਾਈ ਜਾਵੇ, ਇੰਨੇ ਕੌੜੇ ਵੀ ਨਾ ਹੋ ਜਾਵੋ ਕਿ ਜਾਂਦਾ ਜਾਂਦਾ ਥੁੱਕ ਜਾਵੇ। ਸੋ ਭੈਣ ਜੀ ਉਹਨਾਂ ਦਾ ਸੁਨੇਹਾ ਤੇ ਮੈਨੂੰ ਬਹੁਤ ਪਸੰਦ ਆਇਆ, ਤੁਹਾਨੂੰ ਪਸੰਦ ਆਇਆ ਤੇ ਤੁਸੀਂ ਜ਼ਰੂਰ ਆਪਣੀ ਇਸ ਗੱਲਬਾਤ ਦੇ ਵਿੱਚ ਹਿੱਸਾ ਪਾ ਸਕਦੇ ਹੋ। ਟੈਲੀਫੋਨ ਨੰਬਰ 5 ਮਿੰਟ ਲਈ ਆਪ ਸਾਰਿਆਂ ਨੂੰ ਦੱਸਦੀ ਜਾਵਾਂ 0121380150 ਤੇ ਸੁਨੇਹਾ ਤੇ ਬਹੁਤ ਵਧੀਆ ਦਿੱਤਾ ਭੈਣ ਜੀ ਕਿ ਬਿਲਕੁਲ ਇੰਨੇ ਵੀ ਕੌੜੇ ਨਾ ਬਣੋ ਕਿ ਤੁਹਾਨੂੰ ਕੋਈ ਥੁੱਕ ਕੇ ਚਲਾ ਜਾਵੇ, ਇੰਨੇ ਮਿੱਠੇ ਵੀ ਨਾ ਬਣੋ ਕਿ ਤੁਹਾਨੂੰ ਕੋਈ ਛੱਡ ਕੇ ਚਲਾ ਜਾਵੇ। ਤੇ ਪਰ ਵਿਚਲਾ ਕੀ ਹੈ ਫਿਰ? ਮੈਂ ਇਹੀ ਕਹਿਣਾ ਚਾਹੁੰਦੀ, ਹੁਣ ਅਖੀਰ ਦੇ ਉੱਤੇ ਮੈਂ ਦੱਸ ਦਿੰਦੀ ਹਾਂ ਕਿਉਂਕਿ ਕਾਲ ਵੀ ਆ ਜਾਣਗੀ ਸ਼ਾਇਦ ਕਿਸੇ ਦੀ। ਹਾਂਜੀ, ਕਿ ਜਿੱਦਾਂ ਜੇ ਕਿਸੇ ਦੇ ਕੋਈ ਵੀ ਘਰ ਦੇ ਵਿੱਚ ਵੀ ਕੋਈ ਗੱਲ ਹੁੰਦੀ ਆ, ਉਹਨੂੰ ਪਹਿਲਾਂ ਆਪਣੇ ਦਿਮਾਗ ਨਾਲ ਠੰਡੇ ਨਾਲ ਸੋਚੋ, ਫੇਰ ਕੋਈ ਗੱਲ ਕਰਨੀ ਚਾਹੀਦੀ ਹੈ। ਇਹ ਨਹੀਂ ਅਗਲੇ ਦੇ ਥੈਂ ਸੋਟਾ ਮਾਰੋ ਜੀ। ਜੇ ਕਿਸੇ ਨਾਲ ਕੋਈ ਗੱਲ ਹੈਗੀ ਆ, ਤੁਸੀਂ ਬੈਠ ਕੇ ਪਿਆਰ ਨਾਲ ਵੀ ਸਮਝਾ ਸਕਦੇ ਆ। ਤੇ ਮੈਂ ਇਹੀ ਕਹਿੰਦੀ ਆ ਕਿ ਜਿਹੜੀ ਮਾਂ ਪਿਓ ਦੀ ਸਿੱਖਿਆ ਇਹ ਬਹੁਤ ਬੜੀ ਚੀਜ਼ ਹੁੰਦੀ ਆ। ਕਈ ਵਾਰੀ ਆਪਾਂ ਕੋਈ ਗੱਲਾਂ ਹੁੰਦੀ ਵੀ ਆ, ਆਪਾਂ ਫੇਰ ਵੀ ਆਪਾਂ ਗਾਹਾਂ ਦੀ ਗੱਲ ਕਰੀ ਦੀ, ਕਹੀਦਾ ਨਹੀਂ ਨਿਆਣੇ ਦੇ ਦਿਲ ਵਿੱਚ ਫਰਕ ਪੈਂਦਾ। ਇਹ ਮਾਂ ਦਾ ਵੀ ਫਰਜ਼ ਬਣਦਾ, ਪਿਓ ਦਾ ਵੀ ਬਣਦਾ, ਮਾਂ ਦਾ ਜ਼ਿਆਦਾ ਬਣਦਾ ਕਿ ਜੇ ਕੋਈ ਗੱਲ ਹੈਗੀ ਆ ਆਪਸ ਵਿੱਚ ਉਹਨਾਂ ਨੂੰ ਬਿਠਾ ਲਓ, ਬਿਠਾਲ ਕੇ ਗੱਲ ਕਰੋ। ਜਿਹਦਾ ਕਸੂਰ ਆ, ਸੱਚੀ ਗੱਲ ਜਿਹੜੀ ਉਹ ਸੱਚ ਤੇ ਆ ਗਈ, ਜਿਹਦੀ ਗਲਤੀ ਆ ਉਹਨੂੰ ਉਸੇ ਵੇਲੇ ਕਹੋ ਕਾਕਾ ਤੇਰੀ ਇੱਥੋਂ ਗਲਤੀ ਆ, ਹਨਾ। ਤੇ ਘਰ ਦੇ ਵਿੱਚ ਦੇਖ ਲਓ, ਚਾਹੇ ਕੌਮਾਂ 'ਚ ਦੇਖ ਲਓ, ਕਿਤੇ ਵੀ ਦੇਖ ਲਓ, ਕਦੇ ਵੀ ਵਿਗਾੜ ਨਹੀਂ ਪਊਗਾ। ਜਦ ਬੰਦੇ ਦਾ ਵਿਗਾੜ ਕਦੋਂ ਪੈਂਦਾ? ਜਦੋਂ ਆਪਾਂ ਸੱਚ ਨੂੰ ਸੱਚ ਨਹੀਂ ਕਹਿੰਦੇ। ਬਿਲਕੁਲ, ਆਪਾਂ ਜਦ ਸਾਥ ਦਿੰਦੇ ਆ, ਅਗਲਾ ਕਹਿ ਦਿੰਦਾ ਲੈ ਮੈਨੂੰ ਸਾਥ ਦਿੰਦੇ, ਮੈਨੂੰ ਕਿਸੇ ਦੀ ਕੀ ਪਰਵਾਹ ਆ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਹੋ ਭਾਈ ਸਾਹਿਬ ਜੀ? ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਜੀ ਵੈਂਬਲੀ ਤੋਂ ਬੋਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ ਕੀ ਹੈ ਭਾਈ ਸਾਹਿਬ ਜੀ? ਮੇਰਾ ਨਾਮ ਦੀ ਤਾਂ ਕੋਈ ਖਾਸ ਏਡੀ ਵੱਡੀ ਲੋੜ ਨਹੀਂ ਹੈ। ਅੱਛਾ ਜੀ, ਠੀਕ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਅੱਜ? ਮੈਂ ਆਪ ਦੇਖ ਰਿਹਾ ਸੀਗਾ, ਉਹਦੇ ਵਿੱਚ ਮੈਨੂੰ ਭਾਈ ਸਾਹਿਬ ਨੇ ਜਿਹੜੀ ਗੁਜ਼ਾਰਿਸ਼ ਕੀਤੀ ਹੈਗੀ ਆ ਆਪਣੇ ਬਲੱਡ ਬਾਰੇ। ਹਾਂਜੀ, ਅਪੀਲ ਕੀਤੀ ਉਹਨਾਂ ਨੇ, ਦਵਿੰਦਰ ਸਿੰਘ ਹੋਣਾ ਨੇ। ਹਾਂਜੀ ਹਾਂਜੀ। ਮੈਂ ਇਹ ਥੋੜਾ ਜਿਹਾ ਛੋਟਾ ਜਿਹਾ ਜੂਸ ਨੁਸਖਾ ਹੈਗਾ ਜਿਹੜਾ ਕਿ ਮੈਂ ਕਈਆਂ ਲੋਕਾਂ ਨੂੰ ਦੱਸਿਆ ਵੀ ਹੈ ਔਰ ਇਹ ਕੰਮ ਵੀ ਕਰਦਾ ਹੈਗਾ। ਉਹਦੇ ਚ ਕੀ ਹੈਗਾ, ਗਾਜਰਾਂ ਲੈ ਲੈਣੀਆਂ ਜੀ, ਐਪਲ ਲੈ ਲੈਣੇ, ਥੋੜਾ ਜਿਹਾ ਮੈਂ ਅਦਰਕ ਲੈਣਾ ਜੀ, ਬੀਟਰੂਟ ਜੀ, ਇੱਕ ਥੋੜੀ ਪਾਲਕ ਜੀ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇੰਨਾ ਕੁ ਲੈ ਲੈਣੀ, ਪਾਲਕ ਲੈ ਲੈਣੀ ਜੀ, ਤੇ ਬੰਦ ਗੋਭੀ। ਬੰਦ ਗੋਭੀ ਨੂੰ ਕਈ ਤਰ੍ਹਾਂ ਦੀਆਂ ਹੁੰਦੀਆਂ, ਸਵੋਏ ਬੰਦ ਗੋਭੀ ਜਿਹੜੀ ਕਿ ਰਾਉਂਡ ਹੁੰਦੀ ਆ, ਬਿਲਕੁਲ ਬੰਦ ਹੁੰਦੀ, ਉਹਦੇ ਬੜੇ ਬੜੇ ਪੱਤੇ ਹੁੰਦੇ ਆ। ਉਹ ਜਿਹਦੇ ਤੁਸੀਂ ਮਾਰਕੀਟ ਜਾਓਗੇ ਨਾ, ਉਹਦੇ ਵਿੱਚ ਉਹਨਾਂ ਦੇ ਸ਼ੈਲਫਾਂ ਤੇ ਹੁੰਦੀ ਹੈਗੀ ਜੀ। ਇਹਨਾਂ ਸਾਰੀਆਂ ਚੀਜ਼ਾਂ ਦਾ ਜੂਸ ਕੱਢ ਕੇ ਟਵਾਈਸ ਏ ਡੇ ਪੀਣ ਦੇ ਨਾਲ ਮਹਾਰਾਜ ਦੀ ਕਿਰਪਾ ਨਾਲ ਉਸ ਬੰਦੇ ਦਾ ਜਿਹਦਾ ਬਲੱਡ ਨਹੀਂ ਬਣਦਾ ਹੈਗਾ, ਜਾਂ ਉਹਨੂੰ ਜਿੱਦਾਂ ਕਹਿੰਦੇ ਮੈਰੋ ਦੀ ਪ੍ਰੋਬਲਮ ਆ, ਉਹਦਾ ਖੂਨ ਬਣਨਾ ਸ਼ੁਰੂ ਹੋ ਜਾਏਗਾ ਜੀ। ਠੀਕ ਹੈ, ਇਹ ਅਜਮਾਈ ਚੀਜ਼ ਹੈਗੀ ਆ, ਇਹਦੇ ਚ ਕੋਈ ਨੁਕਸ ਨਹੀਂ ਪੈਂਦਾ ਹੈਗਾ, ਇਹਦੇ ਚ ਨੁਕਸਾਨ ਨਹੀਂ ਹੈ। ਬਿਲਕੁਲ ਠੀਕ ਹੈ ਭਾਈ ਸਾਹਿਬ ਜੀ, ਕਿਉਂਕਿ ਓਬਵੀਅਸਲੀ ਜਿੰਨੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਹੈਲਥੀ ਫੂਡ ਹੈ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਹੈ। ਹਾਂਜੀ ਹਾਂਜੀ। ਤੇ ਹੋ ਸਕੇ ਉਸ ਭਾਈ ਸਾਹਿਬ ਨੂੰ ਜਿਹਨੂੰ ਇਹ ਪ੍ਰੋਬਲਮ ਹੈ ਜਾਂ ਜਿਹਨੂੰ ਵੀ ਕੋਈ ਪ੍ਰੋਬਲਮ ਪੈਂਦੀ ਹੈਗੀ ਆ ਜੀ, ਸਪੈਸ਼ਲੀ ਫਿਜ਼ੀਕਲੀ, ਉਹ ਦੁਪਹਿਰ ਨੂੰ 2 ਤੋਂ 2:15 ਵਜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਇਹਦਾ ਪਾਠ ਕਰੇ,
ਮਹਾਰਾਜ ਜ਼ਰੂਰ ਕਿਰਪਾ ਕਰਦੇ ਉਹਦੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਓਕੇ ਜੀ, ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਭਾਈ ਸਾਹਿਬ ਜੀ ਵੈਂਬਲੀ ਤੋਂ, ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ, ਪਰ ਆਪ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਜਿਵੇਂ ਕਿ ਤੁਸੀਂ ਇੱਕ ਜੂਸ ਦੀ ਜਿਹੜੀ ਰੈਸਿਪੀ ਹੈ ਉਹ ਦੱਸ ਕੇ ਗਏ ਹੋ ਕਿ ਸਾਡੇ ਜਿਹੜੇ ਰਿਕ ਬਸਰਾ ਭਾਈ ਸਾਹਿਬ ਨੇ, ਉਹਨਾਂ ਨੂੰ ਸ਼ਾਇਦ ਇਹ ਜਿਹੜਾ ਹੈਲਪਫੁਲ ਹੋਵੇਗਾ, ਸ਼ਾਇਦ ਨਹੀਂ, ਉਹਨਾਂ ਦਾ ਕਹਿਣ ਦਾ ਹੈਗਾ ਕਿ ਜ਼ਰੂਰ ਹੈਲਪ ਕਰੇਗਾ ਜੇ ਉਹ ਦਿਨ ਦੇ ਵਿੱਚ 2 ਵਾਰ ਇਹਨਾਂ ਸਬਜ਼ੀਆਂ ਦਾ ਜੂਸ ਜਿਹੜਾ ਹੈ ਉਹ ਕੱਢ ਕੇ, ਫਰੂਟ ਦਾ ਜਿਹੜਾ ਜੂਸ ਹੈ ਉਹ ਕੱਢ ਕੇ ਪੀਣਗੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਸੋ ਮੈਨੂੰ ਮਾਣ ਹੁੰਦਾ ਹੈ, ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਸਾਰੇ ਹੀ ਪਰਿਵਾਰ ਦੇ ਮੈਂਬਰ ਬੜੇ ਹੀ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਔਰ ਉਸ ਦੇ ਵਿੱਚ ਆਪਣਾ ਜਿਹੜਾ ਹਿੱਸਾ ਪਾਉਂਦੇ ਨੇ, ਸਹਿਯੋਗ ਦਿੰਦੇ ਨੇ, ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ, ਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਪਾਉਂਦੇ ਨੇ। ਬਹੁਤ ਹੀ ਵਧੀਆ ਲੱਗਦਾ ਹੈ। ਆਪ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਅਖੀਰ ਦੇ ਵਿੱਚ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਅਖੀਰ ਤੇ ਮੈਂ ਇਹ ਹੁਣ ਕਹਿਣਾ ਚਾਹੁੰਦੀ ਹਾਂ, ਦੇਖੋ ਕਿੱਡੀ ਵੱਡੀ ਕੁਰਬਾਨੀ ਕੀਤੀ ਉਹ ਆ ਸੁਖੇ ਜਿੰਦੇ ਨੇ ਜੀ। ਉਹਨਾਂ ਦੇ ਮਾਤਾ ਦੇ ਜਿੱਦਾਂ ਹੁਣ ਮਤਲਬ ਪੂਰੇ ਹੋਏ ਆ, ਚੜ੍ਹਾਈ ਕੀਤੀ ਆ, ਉਹਨਾਂ ਦੇ ਦਾਗਾਂ ਉੱਤੇ ਸਾਡੇ ਲੀਡਰ ਕੋਈ ਨਹੀਂ ਪਹੁੰਚਿਆ ਤੇ ਮਤਲਬ ਕੋਈ ਉਹਨਾਂ ਦੇ ਦਾਗਾਂ ਤੱਕ ਨਹੀਂ ਜਾ ਸਕੇ। ਤੇ ਜੇ ਕੋਈ ਹੋਵੇ ਸਰਕਾਰੂ ਕੰਮ ਹੁੰਦਾ, ਉੱਥੇ ਨੱਠ ਕੇ ਗੱਡੀਆਂ ਕਰਕੇ ਜਾਂਦੇ ਆ, ਉਹਨਾਂ ਦਾ ਫਰਜ਼ ਬਣਦਾ ਸੀ ਉਹ ਜਾ ਕੇ ਉਸ ਪਰਿਵਾਰ ਦੀ ਬਾਂਹ ਫੜਦੇ, ਕਿਉਂਕਿ ਜਿਹੜੇ ਸਾਡੇ ਗਾਹਾਂ ਪਨੀਰੀ ਉੱਠਦੀ ਆ ਜਾਂ ਕੋਈ ਦੇਖਦਾ ਆ, ਉਹਨਾਂ ਨੂੰ ਹੋਰ ਉਤਸ਼ਾਹ ਮਿਲਦਾ ਕਿ ਭਾਈ ਜੇ ਆਹ ਗੱਲ ਹੋਈ ਆ, ਦੇਖੋ ਉਹ ਆਏ ਆ ਕੇ ਇਹ ਕੰਮ ਫੇਰ ਵੀ ਸਾਡੇ ਦੁੱਖ ਦੀ ਘੜੀ 'ਚ ਖੜੀ ਹੋਏ ਆ ਕਿ ਹੁਣ ਮੈਂ ਜਖਣਾ ਹੈ ਨਹੀਂਗਾ, ਕਿਉਂਕਿ ਜਿਹੜੀ ਗੱਲ ਸੱਚਾਈ ਹੁੰਦੀ ਉਹ ਸੱਚਾਈ ਹੁੰਦੀ ਆ। ਹੁਣ ਮੱਕੜ ਹੁਣੀ ਆ, ਹੋਰ ਕਿਤੇ ਵੋਟਾਂ 'ਚ ਜਾਣਾ ਹੋਵੇ 1 ਮਿੰਟਾਂ ਵਿੱਚ ਜਾਂਦੇ ਆ, ਇਹ ਅਜੇ ਤੱਕ ਉਹਨਾਂ ਦੇ ਘਰ ਤੱਕ ਨਹੀਂ ਪਹੁੰਚੇ। ਇਹ ਕਿੰਨੀ ਗੱਲ ਮਾੜੀ ਆ। ਇਹੀ ਆ ਕਿ ਲੀਡਰਾਂ ਨੂੰ ਇਹੀ ਬੇਨਤੀ ਆ ਕਿ ਜਿੱਥੇ ਕੋਈ ਇਦਾਂ ਦਾ ਸ਼ਹੀਦਾਂ ਦਾ ਜਾਂ ਕਿੱਦਾਂ ਵੀ ਦੁੱਖ ਦੀ ਘੜੀ ਹੁੰਦੀ ਹੈ, ਕਿਸੇ ਦੀ ਵੀ ਹੋਵੇ, ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ ਆਪ ਜੀ ਦਾ। ਭੈਣ ਜੀ ਉਹਨਾਂ ਨੇ ਜਿਹੜਾ ਸੁਨੇਹਾ ਸੀਗਾ ਉਹ ਬਹੁਤ ਹੀ ਸੋਹਣੇ ਜਿਹੇ ਸੁਚੱਜੇ ਜਿਹੇ ਤਰੀਕੇ ਨਾਲ ਜਿਹਨੂੰ ਦੇਣਾ ਸੀਗਾ ਦੇ ਦਿੱਤਾ। ਆਪ ਜੀ ਤੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਤਕਰੀਬਨ ਇੱਥੇ ਹੀ ਫਿਨਿਸ਼ ਹੈ। ਉਮੀਦ ਕਰਦੀ ਹਾਂ ਕਿ ਆਪ ਸਾਰਿਆਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ। ਆਪਣਾ ਜਿਹੜਾ ਸਹਿਯੋਗ ਮਾਨ ਜਿਹੜਾ ਹੈ ਸਾਨੂੰ ਹਮੇਸ਼ਾ ਤੁਸੀਂ ਦਿੰਦੇ ਹੋ, ਫੋਨਾਂ ਰਾਹੀਂ ਵੀ, ਈਮੇਲਾਂ ਰਾਹੀਂ ਵੀ, ਇਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਨੂੰ ਇਹ ਮਾਨ ਦਿੰਦੇ ਰਹੋ, ਕਿਉਂਕਿ ਸਾਨੂੰ ਬਹੁਤ ਹੀ ਲੋੜੀਂਦਾ ਹੈ ਇਹ ਮਾਨ, ਕਿਉਂਕਿ ਇੰਨੇ ਪਿਆਰ ਨਾਲ ਤੁਸੀਂ ਜਦੋਂ ਸਾਨੂੰ ਫੋਨ ਕਰਦੇ ਹੋ, ਉਸ ਪਿਆਰ ਦੇ ਸਦਕਾ ਅਸੀਂ ਹਰ ਸੈਟਰਡੇ ਇਸ ਕੁਰਸੀ ਦੇ ਉੱਪਰ ਆ ਕੇ ਬੈਠਦੇ ਹਾਂ। ਸਾਨੂੰ ਵੀ ਬਹੁਤ ਹੀ ਚਾਅ ਹੁੰਦਾ ਹੈ ਕਿ ਅਸੀਂ ਆਪਣੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਅੱਜ ਮਿਲਣਾ ਹੈ। ਸੋ ਆਪਣਾ ਤੁਸੀਂ ਸਾਰੇ ਜਣੇ ਖਿਆਲ ਰੱਖਿਓ। ਅੱਜ ਦਾ ਪ੍ਰੋਗਰਾਮ ਕਰਦੇ ਆ ਮੇਰੇ ਕੋਲੋਂ ਭੈਣ ਜੀ ਅਮਰਜੀਤ ਕੌਰ ਹੋਣਾ ਵੱਲੋਂ ਕੋਈ ਗਲਤੀ ਹੋ ਗਈ ਹੋਵੇ, ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਚਾਹੁੰਦੇ ਹਾਂ। ਹੁਣ ਸਾਨੂੰ ਦਿਓ ਆਗਿਆ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।